ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਮੁਲਾਕਾਤ ਸ਼ੇਖ ਬ੍ਰਹਮ ਜੀ ਦੇ ਨਾਲ ਹੋਈ ਹੈ। ਪਾਕ ਪਟਨ ਵਿਖੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਪਹੁੰਚੇ ਹਨ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਜੋ ਹਰ ਇੱਕ ਜੀਵ ਦੇ ਅੰਦਰ ਦੇ ਭਰਮ ਗੜ੍ਹ ਨੂੰ ਤੋੜ ਕੇ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਮਿਲਾਉਣਾ ਚਾਹੁੰਦੇ ਹਨ। ਜਿੰਨਾ ਚਿਰ ਸਾਡੇ ਅੰਦਰ ਭਰਮ ਗੜ੍ਹ ਬਣਿਆ ਹੈ ਜਾਂ ਭਰਮ ਦਾ ਪਰਦਾ ਹੈ, ਉਨਾ ਚਿਰ ਅਸੀਂ ਨਿਰੰਕਾਰ ਪਰਮੇਸ਼ਵਰ ਦਾ ਮਿਲਾਪ ਹਾਸਲ ਨਹੀਂ ਕਰ ਸਕਦੇ। ਭਰਮ ਜੋ ਅਸੀਂ ਮੰਨ ਰਹੇ ਹਾਂ ਵੈਸਾ ਨਹੀਂ ਹੈ, ਔਰ ਜੋ ਅਸਲੀਅਤ ਹੈ ਜੋ ਹੈ ਉਹ ਅਸੀਂ ਮੰਨਣ ਨੂੰ ਤਿਆਰ ਨਹੀਂ। ਅਸੀਂ ਆਪਣੇ ਤਰੀਕੇ ਦੇ ਨਾਲ ਅਕਾਲ ਪੁਰਖ ਵਾਹਿਗੁਰੂ ਜੀ ਨੂੰ, ਰੱਬ ਜੀ ਨੂੰ ਪਾਉਣਾ ਚਾਹੁੰਦੇ ਹਾਂ, ਪਰ ਹੋ ਸਕਦਾ ਹੈ ਕਿ ਸਾਡਾ ਤਰੀਕਾ ਗਲਤ ਹੋਵੇ, ਸਾਡਾ ਰਸਤਾ ਗਲਤ ਹੋਵੇ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਸਾਡਾ ਜਿਹੜਾ ਤਰੀਕਾ ਹੈ ਉਹਨੂੰ ਸਹੀ ਕਰਵਾਉਂਦੇ ਆ ਕਿ ਤੂੰ ਗਲਤ ਰਸਤੇ ਉੱਤੇ ਤੁਰ ਰਿਹਾ ਹੈ, ਤੂੰ ਸਿੱਧੇ ਮਾਰਗ 'ਤੇ ਤੁਰ, ਔਰ ਜਿਹੜੀਆਂ ਜੁਗਤੀਆਂ ਤੂੰ ਅਪਣਾ ਰਿਹਾ ਹੈ ਇਹਨੂੰ ਇਸ ਢੰਗ ਦੇ ਨਾਲ ਨਹੀਂ। ਗੁਰੂ ਮਹਾਰਾਜ ਨੇ ਗੁਰਮਤਿ ਦੀ ਰੋਸ਼ਨੀ ਵਿੱਚ ਦੱਸਿਆ ਕਿ ਪਰਮੇਸ਼ਵਰ ਨੂੰ ਕਿਵੇਂ ਪਾਇਆ ਜਾ ਸਕਦਾ ਹੈ। ਇਸੇ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਮੋਹਰ ਲਾ ਦਿੱਤੀ ਕਿ ਮੈਂ ਦੇਖਦਾ ਸਾਰੇ ਹੀ ਆਪਣੇ ਆਪਣੇ ਧਰਮ ਦੇ ਚਿੰਨ੍ਹ ਲੈ ਕੇ ਆਪਣੇ ਆਪਣੇ ਤਰੀਕੇ ਨਾਲ ਰੱਬ ਨੂੰ ਪਾਉਣਾ ਚਾਹੁੰਦੇ ਆ, ਪਰ ਜਿਹਨੂੰ ਪਾਉਣਾ ਚਾਹੁੰਦੇ ਨੇ ਉਹਦਾ ਭੇਦ ਹੀ ਕੋਈ ਨਹੀਂ। ਸ਼੍ਰੀ ਭਗਵਾਨ ਕੋ ਭੇਦ ਨਾ ਪਾਇਓ, ਅਤੇ ਜੇ ਅਸੀਂ ਉਹਦਾ ਭੇਦ ਹੀ ਨਹੀਂ ਪਾਇਆ ਤਾਂ ਫਿਰ ਮਿਲਾਪ ਕਿਵੇਂ ਹੋ ਸਕਦਾ ਹੈ। ਰਾਮ ਰਾਮ ਕਰਤਾ ਸਭ ਜਗ ਫਿਰੇ ਰਾਮ ਨਾ ਪਾਇਆ ਜਾਏ। ਜੋ ਸਾਡਾ ਤਰੀਕਾ ਹੈ ਉਹ ਗਲਤ ਹੈ। ਅਸੀਂ ਆਪਣੇ ਤਰੀਕੇ ਨਾਲ ਪਾਉਣਾ ਚਾਹੁੰਦੇ ਹਾਂ ਪਰਮੇਸ਼ਵਰ ਨੂੰ, ਪਰ ਮਾਰੇ ਕਹਿੰਦੇ ਨਹੀਂ, ਤੈਨੂੰ ਆਪਣੀ ਸੋਚ ਬਦਲਣੀ ਪਏਗੀ, ਆਪਣਾ ਰਸਤਾ ਬਦਲਣਾ ਪਏਗਾ, ਆਪਣੇ ਖਿਆਲ ਬਦਲਣੇ ਪੈਣਗੇ। ਸ਼ੇਖ ਬ੍ਰਹਮ ਦੇ ਨਾਲ ਵੀ ਵਾਰਤਾਲਾਪ ਹੋ ਰਹੀ ਹੈ। ਸਤਿਗੁਰੂ ਮਹਾਰਾਜ ਜੀ ਨੇ ਸਮਝਾਇਆ ਹੈ ਕਿ ਇੱਕ ਤੋਂ ਬਿਨਾਂ ਦੂਜੇ ਨੂੰ ਕਿਉਂ ਸਿਮਰੀਏ। ਜੇ ਤਾਂ ਉਹਦੇ ਵਰਗਾ ਕੋਈ ਦੂਜਾ ਤੀਜਾ ਹੋਵੇ ਤੇ ਆਪਾਂ ਕਹੀਏ ਵੀ ਇੱਕ ਨੂੰ ਛੱਡੋ ਦੂਜੇ ਨੂੰ ਸਿਮਰ ਲੈਂਦੇ ਹਾਂ, ਦੂਜੇ ਨੂੰ ਛੱਡੋ ਤੀਸਰੇ ਨੂੰ ਸਿਮਰ ਲੈਂਦੇ ਹਾਂ, ਪਰ ਉਹਦੇ ਵਰਗਾ ਕੋਈ ਦੂਜਾ ਤੀਜਾ ਹੈ ਹੀ ਨਹੀਂ। ਪਰਮੇਸ਼ਵਰ ਕੇਵਲ ਇੱਕ ਹੈ, ਉਹਦੇ ਨਾਮ ਅਨੰਤ ਨੇ। ਅਨੰਤ ਨਾਮਾਂ ਦੇ ਭਰਮ ਵਿੱਚ ਵੀ ਅਸੀਂ ਆਪਣਾ ਆਪਣਾ ਧਰਮ ਬਣਾ ਕੇ ਬੈਠ ਗਏ, ਆਪਣਾ ਆਪਣਾ ਰਸਤਾ ਬਣਾ ਕੇ ਬੈਠ ਗਏ। ਨਾਮ ਅਨੰਤ ਸੀ ਪਰ ਪਰਮੇਸ਼ਵਰ ਇੱਕ ਹੈ, ਅਕਾਲ ਪੁਰਖ ਇੱਕ ਹੈ। ਸਤਿਗੁਰੂ ਮਹਾਰਾਜ ਜੀ ਨੇ ਆਖਿਆ ਸੀ ਅਵਰ ਦੂਜਾ ਕਿਉਂ ਸੇਵੀਐ ਜੰਮੈ ਤੈ ਮਰ ਜਾਏ। ਜੇ ਤੁਸੀਂ ਇੱਕ ਵਾਹਿਗੁਰੂ ਨੂੰ ਭਾਵ ਪਰਮੇਸ਼ਵਰ ਨੂੰ, ਸਾਡੇ ਸਾਰਿਆਂ ਦਾ ਮਾਈ ਬਾਪ ਇੱਕੋ ਹੀ ਹੈ, ਅਸੀਂ ਸਾਰੇ ਇੱਕੋ ਹੀ ਪਿਤਾ ਦੇ ਬਾਲਕ ਹਾਂ। ਇਸ ਲਈ ਸਾਨੂੰ ਇੱਕ ਓਅੰਕਾਰ ਨਾਲ ਜੁੜਿਆ ਵੀ ਮਨਾਂ ਵਿੱਚੋਂ ਦੀ ਵਿਤਕਰੇ ਖਤਮ ਕਰੋ, ਭਰਮ ਗੜ੍ਹ ਤੋੜੋ, ਆਪਸ ਵਿੱਚ ਧਰਮ ਦੇ ਨਾਮ 'ਤੇ ਉਲਝੋ ਨਾ। ਧਰਮ ਦੇ ਨਾਮ 'ਤੇ ਇੱਕ ਗੱਲ ਸਮਝ ਲਓ ਕਿ ਏਕ ਪਿਤਾ ਏਕ ਸਿਕੇ ਹਮ ਬਾਰਕ, ਆਪਾਂ ਸਾਰੇ ਇੱਕੋ ਹੀ ਪਰਮ ਪਿਤਾ ਪਰਮੇਸ਼ਵਰ ਦੇ ਜੀਵ ਹਾਂ। ਅਤੇ ਜਦੋਂ ਉਹਨੂੰ ਅਸੀਂ ਛੱਡ ਕੇ ਹੋਰ ਦੂਜੇ ਨੂੰ ਜਿਹੜਾ ਸਾਡੇ ਵੱਲੋਂ ਬਣਾਇਆ ਗਿਆ, ਜਦੋਂ ਅਸੀਂ ਉਹਨੂੰ ਸਿਮਰਾਂਗੇ ਤੇ ਮਹਾਰਾਜ ਕਹਿੰਦੇ ਫਿਰ ਕੀ ਹੋਏਗਾ, ਜੰਮੈ ਤੈ ਮਰ ਜਾਏ। ਫਿਰ ਇੱਕ ਦਿਨ ਜੰਮਿਆ ਹੈ, ਇੱਕ ਦਿਨ ਮਰ ਜਾਣਾ। ਪਰ ਇਹ ਜਨਮ ਕਾਹਦੇ ਲਈ ਹੋਇਆ ਸੀ, ਜੰਮਿਆ ਕਾਹਦੇ ਲਈ ਸੀ? ਉਹ ਕਾਰਜ ਪੂਰਾ ਨਹੀਂ ਹੋਇਆ, ਅਧੂਰਾ ਆਇਆ ਤੇ ਅਧੂਰਾ ਹੀ ਚਲਾ ਗਿਆ। ਸਾਡਾ ਇਹ ਮਨੁੱਖਾ ਜਨਮ ਸਾਨੂੰ ਮਿਲਿਆ ਹੈ ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ, ਇਹ ਗੋਬਿੰਦ ਨੂੰ ਮਿਲਣ ਵਾਸਤੇ, ਇਹ ਪਰਮੇਸ਼ਵਰ ਦੇ ਮਿਲਾਪ ਲਈ ਜਨਮ ਹੋਇਆ। ਤੇ ਜੇ ਅਸੀਂ ਦੂਜੇ ਤੀਜੇ ਨੂੰ ਸਿਮਰਦੇ ਰਹੇ, ਜਿਹਦੇ ਮਿਲਾਪ ਲਈ ਜਨਮ ਮਿਲਿਆ ਉਹਦੇ ਨਾਮ ਦੀ ਬੰਦਗੀ ਨਹੀਂ ਕੀਤੀ, ਉਹਦੇ ਨਾਮ ਦਾ ਸਿਮਰਨ ਨਹੀਂ ਕੀਤਾ, ਤੇ ਫਿਰ ਮਿਲਾਪ ਕਿਵੇਂ ਹੋਏਗਾ? ਇਹ ਜਨਮ ਅਜਾਈ ਹੀ ਚਲਾ ਜਾਏਗਾ। ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਤ ਕੀਨ। ਗੁਣ ਤਾਂ ਬੰਦਿਆਂ ਦੇ ਗਾਉਂਦੇ ਰਹੇ, ਵੱਡੇ ਵੱਡੇ ਅਹੁਦੇਦਾਰਾਂ ਦੇ ਧਨਾੜ ਪੁਰਸ਼ਾਂ ਦੇ ਗੁਣ ਗਾਉਂਦੇ ਰਹੇ, ਪਰ ਮਹਾਰਾਜ ਕਹਿੰਦੇ ਫਿਰ ਜਨਮ ਅਕਾਰਤ ਕੀਨ, ਤੂੰ ਆਪਣਾ ਜਨਮ ਬੇਅਰਥ ਗਵਾ ਲਿਆ, ਇਹ ਕਿਸੇ ਲੇਖੇ ਨਹੀਂ ਲੱਗਾ। ਤੂੰ ਗੁਣ ਗਾਉਣੇ ਸੀ ਜਿਹਨੇ ਸਾਰੀ ਦੁਨੀਆ ਬਣਾਈ ਹੈ, ਜੋ ਸਾਰੀ ਦੁਨੀਆ ਨੂੰ ਚਲਾ ਰਿਹਾ ਹੈ, ਜੋ ਸਾਰੀ ਦੁਨੀਆ ਦੇ ਵਿੱਚ ਹਰ ਇੱਕ ਜੀਵ ਦਾ ਭਲ ਕੇਵਲ ਮਨੁੱਖ ਨੂੰ ਨਹੀਂ ਪਾਲਦਾ, ਉਹ ਪੱਥਰ ਦੇ ਵਿੱਚ ਕੀੜੇ ਨੂੰ ਵੀ ਪਾਲਦਾ ਹੈ, ਉਹ ਮਿੱਟੀ ਵਿੱਚ ਰਹਿਣ ਵਾਲੇ ਜੀਆਂ ਨੂੰ ਵੀ ਪਾਲਦਾ ਹੈ, ਧਰਤੀ ਦੇ ਹੇਠਾਂ ਰਹਿਣ ਵਾਲਿਆਂ ਨੂੰ ਵੀ ਪਾਲਦਾ ਹੈ, ਆਸਮਾਨ 'ਤੇ ਉਡਾਰੀ ਲਾਉਣ ਵਾਲਿਆਂ ਨੂੰ ਵੀ ਪਾਲਦਾ ਹੈ, ਕੇਵਲ ਮਨੁੱਖ ਨੂੰ ਨਹੀਂ। ਜਿਹੜੇ ਜਿਹੜੇ ਜੀਵ ਉਹਨੇ ਪੈਦਾ ਕੀਤੇ ਆ ਸਾਰਿਆਂ ਦੀ ਪਾਲਣਾ ਉਹ ਆਪ ਪਰਮੇਸ਼ਵਰ ਕਰਦਾ ਹੈ। ਬਸ ਅਸੀਂ ਹਉਮੈ ਨਾਲ ਭਰੇ ਹਾਂ, ਆਪਸ ਵਿੱਚ ਧਰਮਾਂ ਦੇ ਨਾਮ 'ਤੇ ਲੜ ਰਹੇ ਹਾਂ, ਝਗੜ ਰਹੇ ਹਾਂ, ਪਰ ਦੁਨੀਆ ਤੋਂ ਖੱਟ ਕੇ ਕੀ ਲੈ ਜਾ ਰਹੇ ਹਾਂ ਇਹ ਨਹੀਂ ਅਸੀਂ ਸੋਚ ਰਹੇ। ਅਸੀਂ ਦੁਨੀਆ ਤੋਂ ਲੈ ਕੇ ਕੀ ਜਾਣਾ ਕਿ ਧਰਮਾਂ ਦੇ ਨਾਮ 'ਤੇ ਲੜਨ ਨਾਲ ਰੱਬ ਮਿਲ ਜਾਏਗਾ, ਧਰਮ ਦੇ ਨਾਮ 'ਤੇ ਕਤਲੇਆਮ ਕਰਨ ਦੇ ਨਾਲ ਕੀ ਰੱਬ ਜੀ ਖੁਸ਼ ਹੋ ਕੇ ਮਿਲਣਗੇ ਵੀ ਹਾਂ ਤੂੰ ਧਰਮ ਦੇ ਨਾਮ 'ਤੇ ਲੜ ਕੇ ਆਇਆ ਆਪ ਮੈਂ ਤੈਨੂੰ ਮਿਲਦਾ? ਨਾ ਕਿਸੇ ਦੀ ਬਲੀ ਚਾੜ ਕੇ ਰੱਬ ਜੀ ਨੇ ਮਿਲਣਾ, ਤੇ ਨਾ ਧਰਮ ਦੇ ਨਾਮ 'ਤੇ ਨਫ਼ਰਤ ਫੈਲਾ ਕੇ ਮਿਲਣਾ। ਸੱਚ ਕਹੋ ਸੁਣ ਲਿਓ ਸਭੈ ਜਿਨ ਪ੍ਰੇਮ ਕੀਓ ਤੇ ਨਹੀਂ ਪ੍ਰਭ ਪਾਇਓ। ਇਨਸਾਨ ਨਾਲ ਨਫ਼ਰਤ ਕਰ ਰਿਹਾ ਪਰ ਪਾਉਣਾ ਰੱਬ ਨੂੰ ਚਾਹੁੰਦਾ ਹੈ। ਮਨੁੱਖ ਦੀ ਨਫ਼ਰਤ ਮਨੁੱਖ ਦੇ ਨਾਲ, ਮਨੁੱਖ ਦਾ ਦੁਸ਼ਮਣ ਮਨੁੱਖ ਬਣੀ ਬੈਠਾ ਹੈ, ਭਰਾ ਦਾ ਦੁਸ਼ਮਣ ਭਰਾ ਬਣ ਕੇ ਬੈਠ ਗਿਆ। ਜਿਸ ਇੱਕੋ ਹੀ ਘਰ ਵਿੱਚੋਂ ਜੰਮੇ ਪਲੇ ਹੋਏ ਇੱਕ ਦੂਜੇ ਦੇ ਦੁਸ਼ਮਣ ਬਣ ਗਏ ਤੇ ਅਸੀਂ ਰੱਬ ਕਿੱਥੋਂ ਪਾਲਾਂਗੇ? ਉਸ ਮਾਲਕ ਨੇ ਪ੍ਰੇਮ ਵਿੱਚ ਮਿਲਣਾ ਹੈ, ਹੰਕਾਰ ਦੇ ਵਿੱਚ ਨਹੀਂ। ਖੈਰ ਗੁਰੂ ਸਾਹਿਬ ਮਹਾਰਾਜ ਜੀ ਹੁਣ ਸ਼ੇਖ ਬ੍ਰਹਮ ਜਿਹੜਾ ਪੀਰ ਹੈ, ਜੋ ਬਾਬਾ ਫਰੀਦ ਸਾਹਿਬ ਜੀ ਦੇ ਸ਼ਲੋਕ ਜਿਹੜੇ ਨੇ ਜਾਂ ਬਾਬਾ ਫਰੀਦ ਸਾਹਿਬ ਜੀ ਦੀ ਬਾਣੀ ਹੈ ਇਹਨਾਂ ਦੇ ਕੋਲ, ਉਹਨਾਂ ਵਿੱਚੋਂ ਵੀ ਪਾਵਨ ਸ਼ਲੋਕ ਉਚਾਰਨ ਕਰਕੇ ਗੁਰੂ ਨਾਨਕ ਸਾਹਿਬ ਨਾਲ ਗੱਲਬਾਤ ਕਰਨਗੇ। ਉਹ ਗੱਲਬਾਤ ਕਿਵੇਂ ਹੁੰਦੀ ਹੈ? ਕਵੀ ਜੀ ਉਹਦਾ ਜ਼ਿਕਰ ਕਰਦੇ ਹਨ। ਜਾਣਿਓ ਕਾਬੇ ਵਿੱਚ ਖੁਦਾਏ। ਮਹਾਰਾਜ ਜੀ ਕਹਿੰਦੇ ਸ਼ੇਖ ਜੀ ਤੁਸੀਂ ਇਹ ਜਿਹੜਾ ਕਾਬਾ ਬਣਿਆ ਕੇਵਲ ਖੁਦਾ ਨੂੰ ਇਹਦੇ ਵਿੱਚ ਹੀ ਸਮਝਦੇ ਹੋ ਵੀ ਖੁਦਾ ਇਹਦੇ ਵਿੱਚ ਹੀ ਰਹਿੰਦਾ ਹੈ। ਜਿਵੇਂ ਅਸੀਂ ਗੁਰੂ ਸਾਹਿਬ ਦੇ ਦਰ 'ਤੇ ਆਏ ਹਾਂ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਜੁੜੇ ਕੇ ਬੈਠੇ ਹਾਂ, ਪਰ ਜੇ ਅਸੀਂ ਸੋਚੀਏ ਵੀ ਗੁਰੂ ਸਿਰਫ ਇਹ ਚਾਰ ਦੀਵਾਰੀ ਦੇ ਅੰਦਰ ਹੈ, ਫਿਰ ਸਾਡੀ ਸੋਚ ਛੋਟੀ ਹੈ। ਕਿਉਂਕਿ ਗੁਰੂ ਸ਼ਬਦ ਦੇ ਰੂਪ ਵਿੱਚ ਹੈ। ਤੁਸੀਂ ਸ਼ਬਦ ਕੰਠ ਕਰੋ, ਤੁਸੀਂ ਬਾਣੀ ਕੰਠ ਕਰੋ, ਬਾਣੀ ਗੁਰੂ ਹੈ, ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਤੁਸੀਂ ਬਾਣੀ ਕੰਠ ਕਰੋ, ਜਿੱਧਰ ਜਾਓਗੇ ਗੁਰੂ ਤੁਹਾਡੇ ਨਾਲ ਹੈ। ਗੁਰ ਮੇਰੇ ਸੰਗ ਸਦਾ ਹੈ, ਨਾਲੇ ਹਰ ਵੇਲੇ ਗੁਰੂ ਸਾਹਿਬ ਤੁਹਾਡੇ ਨਾਲ ਹੈ। ਜੇ ਤੁਹਾਡੇ ਕੋਲ ਗੁਰਬਾਣੀ ਹੈ, ਜੇ ਤੁਹਾਡੇ ਕੋਲ ਗੁਰੂ ਦਾ ਸ਼ਬਦ ਹੈ,
ਇਸੇ ਤਰ੍ਹਾਂ ਪਰਮੇਸ਼ਵਰ ਨੂੰ ਸੀ ਉਹਨੂੰ ਥਾਪਿਆ ਹੀ ਨਹੀਂ ਜਾ ਸਕਦਾ। ਜੇ ਤੇ ਉਹਦੀ ਸਥਾਪਨਾ ਹੋਵੇ ਇਹ ਤੇ ਆਪਾਂ ਉਹਨੂੰ ਕਰ ਦਈਏ ਲਿਮਟ ਵਿੱਚ ਵੀ ਹਾਂ ਇਸ ਤੋਂ ਵੱਧ ਇਹਦਾ ਦਾਇਰਾ ਹੈ ਹੀ ਨਹੀਂ, ਵੀ ਜਿੰਨੀ ਅਸੀਂ ਲਿਮਟ ਬਣਾਈ ਆ ਬਸ ਰੱਬ ਇੰਨੇ ਵਿੱਚ ਹੀ ਰਹਿੰਦਾ, ਬਾਹਰ ਨਹੀਂ ਰਹਿੰਦਾ। ਉਹ ਤਾਂ ਹੋਏਗਾ ਜੇ ਅਸੀਂ ਉਹਦੀ ਸਥਾਪਨਾ ਕੀਤੀ ਹੋਵੇ, ਪਰ ਉਹਨੂੰ ਤੇ ਥਾਪਿਆ ਹੀ ਨਹੀਂ ਜਾ ਸਕਦਾ। ਜਿਹਨੇ ਸਾਡੀ ਸਥਾਪਨਾ ਕੀਤੀ ਆ ਅਸੀਂ ਉਹਦੀ ਕਿਵੇਂ, ਹੁਣ ਮਾਂ-ਬਾਪ ਨੇ ਬੱਚੇ ਨੂੰ ਜਨਮ ਦਿੱਤਾ ਹੈ, ਬੱਚਾ ਥੋੜੀ ਕਹੇਗਾ ਉੱਠ ਕੇ ਵੀ ਮੈਂ ਤੁਹਾਨੂੰ ਜਨਮ ਦੇਣਾ। ਇਸ ਲਈ ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਉਹ ਆਪਣੇ ਆਪ ਦੇ ਵਿੱਚ ਆਪ ਹੈ, ਉਹਦੇ ਵਰਗਾ ਦੂਜਾ ਹੋਰ ਕੋਈ ਵੀ ਨਹੀਂ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਸ਼ੇਖ ਜੀ ਤੁਸੀਂ ਕੀ ਖੁਦਾ ਨੂੰ ਕੇਵਲ ਕਾਬੇ ਦੇ ਅੰਦਰ ਹੀ ਮਹਿਸੂਸ ਕਰਦੇ ਹੋ? ਤੁਮ ਜਾਣਤ ਹੋ ਔਰ ਨਾ ਜਾਏ। ਤੁਸੀਂ ਇਹੀ ਜਾਣਦੇ ਹੋ ਕਿ ਹੋਰ ਨਾ ਜਾਇਦਾਰ ਤੋਂ ਜਗ੍ਹਾ ਥਾਂ ਵੀ ਉਹ ਕਿਸੇ ਹੋਰ ਜਗ੍ਹਾ ਤੇ ਨਹੀਂ ਹੈ, ਕੇਵਲ ਤੇ ਕੇਵਲ ਇਸ ਕਾਬੇ ਦਾ ਜਿੰਨਾ ਦਾਇਰਾ ਹੈ ਇਹਦੇ ਅੰਦਰ ਹੀ ਖੁਦਾ ਵਸਦਾ ਹੈ। ਇਸ ਪ੍ਰਕਾਰ ਤੁਮ ਖੋਜਤ ਤਾਹੀ। ਮਾਰੇ ਕਹਿੰਦੇ ਇਸ ਪਰ ਜੇ ਇਹ ਸੋਚ ਲੈ ਕੇ ਚੱਲ ਰਹੇ ਆ ਤਾਂ ਇਸ ਤਰ੍ਹਾਂ ਫਿਰ ਤੁਸੀਂ ਜਿੰਨਾ ਮਰਜ਼ੀ ਖੋਜ ਕਰਦੇ ਰਹੋ। ਜੋ ਕੋ ਵਸਤ ਹੋਏ ਜਲ ਮਾਹੀ। ਇਹ ਕੋਈ ਜਲ ਉੱਤੇ ਪਈ ਹੋਈ ਵਸਤੂ ਨਹੀਂ ਹੈ ਵੀ ਅਸੀਂ 2 ਕਦਮ ਅੱਗੇ ਹੋਈਏ ਤੇ ਉਹਨੂੰ ਆਪਣੇ ਹੱਥ ਵਿੱਚ ਲੈ ਲਈਏ। ਉਹ ਪਰਮੇਸ਼ਵਰ ਕੋਈ ਖਿਡੌਣਾ ਨਹੀਂ ਹੈ ਜਦੋਂ ਮਰਜ਼ੀ ਉਹਨੂੰ ਚਲਾ ਲਈਏ ਤੇ ਜਦੋਂ ਮਰਜ਼ੀ ਅਸੀਂ ਉਹਨੂੰ ਅਸੀਂ ਬਣਾ ਦਿੱਤਾ ਉਹ ਗੱਲ ਵੱਖਰੀ ਹੈ। ਮਾਥੇ ਤਿਲਕ ਹੱਥ ਮਾਲਾ ਬਾਨਾ ਲੋਗਨ ਰਾਮ ਖਿਡੌਣਾ, ਅਸੀਂ ਉਹਨੂੰ ਖਿਡੌਣਾ ਸਮਝ ਲਿਆ, ਉਹ ਗੱਲ ਵੱਖਰੀ ਹੈ, ਪਰ ਉਹ ਹੈ ਨਹੀਂ। ਉਹਦਾ ਅੰਤ ਨਹੀਂ ਪਾਇਆ ਜਾ ਸਕਦਾ, ਭਾਵੇਂ ਅਸੀਂ ਜਿੰਨਾ ਮਰਜ਼ੀ ਉਹਦੇ ਗੁਣ ਗਾ ਲਈਏ, ਕਥਨ ਕਰ ਲਈਏ, ਕਥਨਾ ਕਥੀ ਨਾ ਆਵੇ ਟੋਟ। ਸਾਹਿਬ ਜੀ ਕਹਿੰਦੇ ਜੇ ਤੁਸੀਂ ਸੋਚਦੇ ਹੋ ਵੀ ਖੁਦਾ ਕੇਵਲ ਇੱਥੇ ਹੀ ਵਸਦਾ ਹੈ, ਫਿਰ ਜਿੰਨੀ ਮਰਜ਼ੀ ਖੋਜ ਕਰ ਲਓ ਤੁਸੀਂ ਉਹਨੂੰ ਪਾ ਨਹੀਂ ਸਕੋਗੇ। ਇਉਂ ਨਹੀਂ ਪਾਏ ਸਕੋਗੇ ਕਬਹੀ। ਇਉਂ ਨਹੀਂ, ਇਸ ਤਰੀਕੇ ਦੇ ਨਾਲ ਕਦੇ ਵੀ ਤੁਹਾਨੂੰ ਖੁਦਾ ਨਹੀਂ ਮਿਲ ਸਕੇਗਾ। ਕੋਟ ਜਨਮ ਤਰ ਖੋਜੋ ਜਬ ਹੀ। ਮਾਰੇ ਕਹਿੰਦੇ ਇੱਕ ਜਨਮ ਛੱਡੋ, ਕੋਟ ਜਨਮ, ਤੁਸੀਂ ਕਰੋੜਾਂ ਜਨਮ ਹੋਰ ਵੀ ਲੈ ਲੋਗੇ ਨਾ ਤਾਂ ਵੀ ਇਸ ਜੁਗਤੀ ਨਾਲ ਉਹ ਰੱਬ ਖੁਦਾ ਵਾਹਿਗੁਰੂ ਨਹੀਂ ਮਿਲਦਾ। ਪੀਰ ਕਹੈ ਸੁਨ ਨਾਨਕ ਤਪਾ। ਜਦੋਂ ਗੁਰੂ ਨਾਨਕ ਸਾਹਿਬ ਨੇ ਇੰਨੀ ਗੱਲ ਆਖੀ ਤੇ ਅੱਗੋਂ ਫਿਰ ਪੀਰ ਜੀ ਨੇ ਸ਼ੇਖ ਜੀ ਨੇ ਆਖਿਆ ਸੁਨ ਨਾਨਕ ਤਪਾ, ਇਹ ਤਪਾ ਨਾਨਕ ਜੀ ਸੁਣਨਾ ਕਰੋ। ਤੁਰਕ ਦੀਨ ਕੋ ਕਾਬਾ ਥਪਾ। ਇਹ ਜਿਹੜਾ ਕਾਬਾ ਥਪਾ ਦਾ ਮਤਲਬ ਇਹ ਬਣਾਇਆ ਗਿਆ ਹੈ ਇਹ ਖੁਦਾ ਵਾਸਤੇ ਹੀ ਹੈ। ਇਹ ਜਿਹੜੇ ਕਾਬੇ ਦੀ ਸਥਾਪਨਾ ਕੀਤੀ ਹੈ ਇਹ ਖੁਦਾ ਵਾਸਤੇ ਹੀ ਹੈ। ਤਾਂ ਹੀ ਮੈਂ ਸ਼ਰਧਾ ਤਰ ਪੂਰੀ। ਤਾਂ ਹੀ ਮੈਂ ਇਹਦੇ ਵਿੱਚ ਆਪਣੀ ਪੂਰੀ ਸ਼ਰਧਾ ਰੱਖਦਾ ਹਾਂ। ਮੈਂ ਖੁਦਾਏ ਕੋ ਪਾਉ ਹਧੂਰੀ। ਮੈਂ ਇਸੇ ਹੀ ਕਾਬੇ ਦੀ ਹੱਦ ਵਿੱਚ ਖੁਦਾ ਨੂੰ ਜ਼ਰੂਰ ਪਾ ਲਵਾਂਗਾ। ਗੁਰੂ ਪਨੈ ਜੇ ਅਸਮਨ ਜਾਨੋ। ਮਹਾਰਾਜ ਫਿਰ ਅੱਗੋਂ ਦੀ ਬੋਲੇ ਕਹਿੰਦੇ ਸ਼ੇਖ ਜੀ ਬ੍ਰਹਮ ਜੀ ਜੇ ਤੁਸੀਂ ਇਹ ਸੋਚ ਰੱਖ ਕੇ ਬੈਠੇ ਹੋਏ ਹੋ ਤਾਂ ਕਹਿੰਦੇ ਜੇ ਤੁਸੀਂ ਇਹ ਗੱਲ ਆਪਣੇ ਮਨ ਵਿੱਚ ਚੰਗੀ ਤਰ੍ਹਾਂ ਮੰਨ ਕੇ ਬਿਠਾ ਕੇ ਗੱਲ ਰੱਖੀ ਹੈ ਸੋ ਖੁਦਾਏ ਤੇ ਭੁਲਵਨ ਮਾਨੋ। ਫਿਰ ਤੁਸੀਂ ਖੁਦਾ ਨੂੰ ਭੁੱਲ ਚੁੱਕੇ ਹੋ। ਫਿਰ ਤੁਹਾਨੂੰ ਖੁਦਾ ਕੋਈ ਚਿੱਤ ਚੇਤੇ ਨਹੀਂ ਹੈ, ਤੁਸੀਂ ਖੁਦਾ ਦਾ ਨਾਮ ਲੈ ਰਹੇ ਹੋ ਪਰ ਉਹ ਪਤਾ ਹੀ ਨਹੀਂ ਹੈ ਵਸਦਾ ਕਿੱਥੇ ਹੈ। ਜੇ ਤੁਹਾਡੇ ਮਨ ਵਿੱਚ ਇਹ ਹੈ ਵੀ ਸਿਰਫ ਇੱਕ ਥਾਂ ਤੇ ਹੀ ਮੈਂ ਜਿਹੜਾ ਖੁਦਾ ਨੂੰ ਪਾ ਸਕਦਾ ਤੇ ਬਾਕੀ ਥਾਵਾਂ ਉੱਤੇ ਉਹ ਹੈ ਹੀ ਕੋਈ ਨਹੀਂ ਹੈ, ਉਹ ਹੈ ਹੀ ਕੋਈ ਨਹੀਂ, ਇੱਕ ਥਾਂ ਤੇ ਹੀ ਸੀਮਤ ਹੈ, ਫਿਰ ਤੁਸੀਂ ਭੁੱਲੇ ਹੋਏ ਹੋ। ਕਰਕੇ ਬੀਚ ਨਾ ਆਵੇ ਐਸੇ। ਕਹਿੰਦੇ ਇਹ ਤੁਹਾਡੇ ਤਰੀਕੇ ਦੇ ਨਾਲ ਉਹ ਹੱਥ ਵਿੱਚ ਆਉਣ ਵਾਲਾ ਨਹੀਂ ਹੈ, ਭਾਵ ਇਸ ਤਰ੍ਹਾਂ ਤੁਸੀਂ ਉਹਨੂੰ ਨਹੀਂ ਪਾ ਸਕੋਗੇ। ਹੋਏ ਬੇਅਰਥ ਮਥਨ ਜਲ ਜੈਸੇ। ਇਹ ਤਾਂ ਇਸ ਤਰ੍ਹਾਂ ਜਿਵੇਂ ਪਾਣੀ ਵਿੱਚ ਮਧਾਣੀ ਮਾਰਨੀ ਹੋਵੇ। ਤੁਸੀਂ ਪਾਣੀ ਵਿੱਚ ਮਧਾਣੀ ਇੱਕ ਦਿਨ ਨਹੀਂ ਕਈ ਸਾਲਾਂ ਤੱਕ ਮਾਰਦੇ ਰਹੋ, ਉਹ ਮਧਾਣੀ ਚੱਲਦੀ ਰਹੇ ਪਾਣੀ 'ਚ, ਪਰ ਉਹਦੇ ਚੋਂ ਮੱਖਣ ਥੋੜੀ ਨਿਕਲਣਾ। ਉਹਦੇ ਵਿੱਚੋਂ ਮੱਖਣ ਕਿਵੇਂ ਨਿਕਲੇਗਾ? ਪਾਣੀ ਵਿੱਚੋਂ ਕਦੇ ਮੱਖਣ ਨਹੀਂ ਨਿਕਲਦਾ, ਦੁੱਧ ਵਿੱਚ ਮੱਖਣ ਦਾ ਤੱਤ ਹੈ। ਅਸੀਂ ਜਿਹੜੇ ਕਰਮ ਕਾਂਡ ਕਰ ਰਹੇ ਹਾਂ ਰੱਬ ਜੀ ਨੂੰ ਪਾਉਣ ਵਾਸਤੇ, ਇਹ ਕਰਮ ਕਾਂਡ ਜਿੰਨੇ ਵੀ ਨੇ ਇਹ ਸਾਰੇ ਇਸ ਤਰ੍ਹਾਂ ਜਿਵੇਂ ਪਾਣੀ ਵਿੱਚ ਮਧਾਣੀ ਮਾਰਨੀ। ਤੁਹਾਡੀਆਂ ਬਾਹਾਂ ਥੱਕ ਜਾਣਗੀਆਂ, ਹੱਥ ਥੱਕ ਜਾਣਗੇ, ਪਰ ਇਹਦੇ ਵਿੱਚੋਂ ਲੱਭਣਾ ਕੁਝ ਨਹੀਂ ਹੈ। ਕਹੈ ਪੀਰ ਸੁਨ ਨਾਨਕ ਤੈਂਡਾ। ਅੱਗੋਂ ਫਿਰ ਪੀਰ ਜੀ ਨੇ ਆਖਿਆ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਬੈਤ ਸੁਣਿਓ ਭਰ ਕਿਉ ਮਨ ਮੈਂ ਡਾ। ਤੈਂਡਾ ਦਾ ਅਰਥ ਹੈ ਤੁਹਾਡਾ ਜਿਹੜਾ ਤੁਸੀਂ ਬੈਂਤ ਦੇ ਰੂਪ ਵਿੱਚ ਪੰਕਤੀਆਂ ਉਚਾਰਨ ਕੀਤੀਆਂ ਉਹ ਮੈਂ ਭਲੀ ਭਾਂਤ ਸੁਣੀਆਂ ਨੇ। ਉਰ ਵਿਚਾਰ ਮੈਂ ਤਬ ਕਰਿਓ ਜਿਨੇ ਅਸ ਬੈਤ ਬਣਾਏ। ਜਦੋਂ ਮੈਂ ਤੁਹਾਡੀਆਂ ਉਚਾਰਨ ਕੀਤੀਆਂ ਪਾਵਨ ਪੰਕਤੀਆਂ ਸੁਣੀਆਂ ਤੇ ਮਨ ਨੇ ਇੱਕ ਵਾਰੀ ਕਿਹਾ ਸੀ ਵੀ ਏਡੇ ਕਮਾਲ ਦੀਆਂ ਪੰਕਤੀਆਂ ਜਿਹਨੇ ਉਚਾਰੀਆਂ ਉਹ ਕੋਈ ਆਮ ਇਨਸਾਨ ਨਹੀਂ ਹੋ ਸਕਦਾ। ਮੇਰੇ ਮਨ ਨੇ ਇਹ ਗੱਲ ਮੰਨੀ ਸੀ। ਤਿੰਨ ਕੋ ਦਰਸ਼ਨ ਕੀਜੀਏ ਆਇਓ ਤੁਰਤ ਇਥਾਏ। ਇਸੇ ਲਈ ਮੇਰੇ ਮਨ ਨੇ ਆਖਿਆ ਵੀ ਚੱਲ ਕੇ ਉਹਦੇ ਦਰਸ਼ਨ ਤਾਂ ਕਰਾਂ ਇੱਕ ਵਾਰੀ। ਮੈਂ ਤੁਹਾਡੇ ਦਰਸ਼ਨ ਇਸੇ ਲਈ ਕਰਨ ਵਾਸਤੇ ਆਇਆ ਹਾਂ। ਦੋ ਹੱਦ ਨੇ ਮੈਂ ਇੱਕ ਬਤਾਇਓ। ਤੁਸੀਂ 2 ਹੱਦਾਂ ਵਿੱਚੋਂ ਦੀ ਇੱਕ ਹੱਦ ਦੀ ਗੱਲ ਕੀਤੀ ਸੀ। 2 ਬੇੜੀਆਂ 'ਚ ਸਵਾਰ ਹੋ ਕੇ ਕਦੇ ਪਾਰ ਨਹੀਂ ਲੰਘਿਆ ਜਾ ਸਕਦਾ, 2 ਰਾਵਾਂ ਤੇ ਕਦਮ ਨਹੀਂ ਰੱਖ ਕੇ ਤੁਰਿਆ ਜਾ ਸਕਦਾ। 2 ਹੱਦਾਂ ਵਿੱਚੋਂ ਤੁਸੀਂ ਇੱਕ ਹੱਦ ਦਾ ਜ਼ਿਕਰ ਕੀਤਾ ਸੀ। ਤਾਂ ਕੋ ਸੇਵਨ ਹੈ ਫਰਮਾਇਓ। ਤੁਸੀਂ ਆਖਿਆ ਵੀ ਜਿਹੜੇ ਖੁਦਾ ਦੇ ਵਾਲਾ ਪਾਸਾ ਹੈ ਨਾ, ਰੱਬ ਵਾਲਾ ਪਾਸਾ, ਉਸ ਵਾਲੇ ਪਾਸੇ ਨੂੰ ਨਿਭ ਕੇ ਸੇਵਾ ਸਿਮਰਨ ਕਰਕੇ ਤੁਰੋਗੇ ਤੇ ਉੱਥੇ ਤੱਕ ਪਹੁੰਚ ਜਾਓਗੇ। ਤੁਸੀਂ ਇੱਕ ਹੱਦ ਦੀ ਗੱਲ ਕੀਤੀ ਹੈ। ਤੁਮ ਤੇ ਨਿਸ਼ਾ ਹਮਾਰੀ ਹੋਵੇ। ਹੁਣ ਇਹ ਤਾਂ ਕੀ ਆਖਦਾ ਹੈ? ਕਹਿੰਦੇ ਨਾਨਕ ਜੀ ਮੇਰਾ ਪੂਰਨ ਭਰੋਸਾ ਤੁਹਾਡੇ ਤੇ ਹੋ ਜਾਏਗਾ, ਮੇਰਾ ਪੂਰੇ ਦਾ ਪੂਰਾ ਵਿਸ਼ਵਾਸ ਤੁਹਾਡੇ ਤੇ ਵੱਧ ਜਾਵੇਗਾ। ਸਭ ਸੰਦੇਹ ਹਿਰਦੇ ਤੇ ਖੋਵੇ। ਪਰ ਤੁਹਾਨੂੰ ਮੇਰੇ ਸਾਰੀਆਂ ਸ਼ੰਕਾਵਾਂ ਅੰਦਰੋਂ ਮਿਟਾਉਣੀਆਂ ਪੈਣੀਆਂ। ਮੇਰੇ ਮਨ ਵਿੱਚ ਜੋ ਭੁਲੇਖੇ ਆ ਉਹ ਕੱਢਣੇ ਪੈਣੇ ਆ। ਧਿਆਨ ਰੱਖਿਓ ਇਹ ਗੁਰੂ ਅਧੂਰਾ ਨਹੀਂ, ਇਹ ਪੂਰਾ ਹੈ ਤੇ ਪੂਰਾ ਗੁਰੂ ਹੀ ਸਾਡੇ ਮਨ ਦੇ ਮਤਭੇਦ ਨੂੰ ਮਿਟਾ ਕੇ, ਸ਼ੰਕਾਵਾਂ ਨੂੰ ਮਿਟਾ ਕੇ ਸਾਨੂੰ ਨਿਰੰਕਾਰ ਨਾਲ ਜੋੜ ਸਕਦਾ ਹੈ। ਅਧੂਰਾ ਨਹੀਂ, ਕਿਉਂਕਿ ਅਧੂਰਾ ਤੇ ਆਪ ਹਜੇ ਮਤਭੇਦ ਬਣਾ ਕੇ ਬੈਠਾ ਹੈ। ਇਸ ਲਈ ਪੂਰੇ ਗੁਰੂ ਦੇ ਚਰਨਾਂ 'ਚ ਆਖਿਆ ਵੀ ਜੇ ਤੁਸੀਂ ਮੇਰਾ ਭਰਮ ਮਿਟਾ ਦਿਓ, ਮੇਰੇ ਭੁਲੇਖੇ ਕੱਢ ਦਿਓ, ਮੈਂ ਪੂਰਨ ਭਰੋਸਾ ਤੁਹਾਡੇ ਤੇ ਕਰ ਲਵਾਂਗਾ। ਜਿਉਂ ਜਿਉਂ ਬਚਨ ਸੁਨੋ ਨਿਜ ਕਾਨੇ। ਜਿਵੇਂ ਜਿਵੇਂ ਤੁਸੀਂ ਬੋਲੋਗੇ ਤਿਵੇਂ ਤਿਵੇਂ ਬੜੇ ਧਿਆਨ ਲਾ ਕੇ ਮੈਂ ਸੁਣਾਂਗਾ। ਤਿਉਂ ਤਿਉਂ ਸ਼ਾਂਤ ਹੋਤ ਪ੍ਰਮਹਾਨੇ। ਪਰ ਇੱਕ ਸ਼ਰਤ ਹੈ, ਧਿਆਨ ਦਿਓ ਥੋੜਾ ਜਿਹਾ। ਇੱਕ ਸ਼ਰਤ ਹੈ ਵੀ ਜਿਵੇਂ ਜਿਵੇਂ ਤੁਸੀਂ ਬੋਲੋ ਤਿਵੇਂ ਤਿਵੇਂ ਮੈਂ ਸੁਣਾ, ਤੇ ਜਿਵੇਂ ਜਿਵੇਂ ਮੈਂ ਸੁਣਾ ਮੇਰਾ ਮਨ ਨਾਲ ਨਾਲ ਸ਼ਾਂਤ ਹੋਣਾ ਚਾਹੀਦਾ ਹੈ, ਮੇਰੇ ਮਨ ਵਿੱਚ ਅੰਦਰ ਟਿਕਾ ਨਾਲ ਨਾਲ ਬਣਨਾ ਚਾਹੀਦਾ। ਇਹ ਸ਼ਰਤ ਹੈ। ਸੇਤ ਬਚਨ ਸੁਨੋ ਨਿਜ ਕਾਨੇ। ਮੈਨੂੰ ਲੱਗਦਾ ਵੀ ਤੁਹਾਡੇ ਜਿਹੜੇ ਬੋਲ ਨੇ ਉਹ ਸੇਤ ਮਨੇ ਪੁੱਲ ਦੀ ਤਰ੍ਹਾਂ ਨੇ, ਜਿਸ ਪੁੱਲ ਤੇ ਸਵਾਰ ਹੋ ਕੇ ਖੁਦਾ ਤੱਕ ਪਹੁੰਚਿਆ ਜਾ ਸਕਦਾ ਹੈ, ਪਰ ਇਹ ਭਰੋਸਾ ਤੁਸੀਂ ਹੀ ਦਿਵਾਉਣਾ ਹੈ। ਸੇਤ ਉਦਤ ਪਵ ਬਚਨ ਤੁਮਾਰੇ। ਤੁਹਾਡੇ ਬਚਨ ਇੱਕ ਪੁੱਲ ਦੀ ਤਰ੍ਹਾਂ ਹਨ ਜਿਸ ਤੇ ਦ੍ਰੈਵਤ ਮਿਟਤ ਹਮਾਰੇ। ਜੇ ਤੁਸੀਂ ਇਹ ਬੋਲਾਂ ਨਾਲ ਆਪਣੇ ਬਚਨਾਂ ਨਾਲ ਮੇਰੇ ਮਨ ਦਾ ਸੰਦੇਹ, ਮੇਰੇ ਮਨ ਦੀ ਸ਼ੰਕਾ ਦੂਰ ਕਰ ਦੇਵੋਗੇ। ਬਾਨ ਸਮਾਨ ਅਗਿਆਨ ਨਿਸ਼ਾਨਾ। ਜੇ ਤੁਹਾਨੂੰ ਲੱਗਦਾ ਹੈ, ਹੁਣ ਉਹ ਪੀਰ ਸ਼ੇਖ ਬ੍ਰਹਮ ਬੋਲਦਾ ਹੈ ਕਿ ਜੇ ਤੁਹਾਨੂੰ ਲੱਗਦਾ ਵੀ ਮੈਂ ਅਗਿਆਨਤਾ ਵਾਸਾਂ, ਮੈਨੂੰ ਗਿਆਨ ਨਹੀਂ ਹੈ ਵੀ ਖੁਦਾ ਨੂੰ ਕਿਵੇਂ ਪਾਉਣਾ ਤੇ ਮੈਂ ਪਾ ਕਿਸ ਤਰ੍ਹਾਂ ਰਿਹਾ, ਜੇ ਤੁਹਾਨੂੰ ਲੱਗਦਾ ਵੀ ਮੇਰੇ ਅੰਦਰ ਹਨੇਰਾ, ਅਗਿਆਨਤਾ ਦਾ ਮਤਲਬ ਹਨੇਰਾ ਹੈ,
ਵੀ ਜੇ ਮੇਰੇ ਅੰਦਰ ਅਗਿਆਨਤਾ ਹੈ ਤੇ ਫਿਰ ਤੁਸੀਂ ਇੱਕ ਬਾਣ ਮਾਰੋ, ਆਪਣੇ ਬੋਲਾਂ ਦਾ ਤੀਰ ਮੇਰੇ ਮਾਰੋ, ਜਿਹਦੇ ਨਾਲ ਮੇਰੇ ਅੰਦਰ ਅਗਿਆਨਤਾ ਦਾ ਹਨੇਰਾ ਕੱਟਿਆ ਜਾਏ। ਗੁਰੂ ਸਾਹਿਬ ਸਾਨੂੰ ਕੀ ਦਿੰਦੇ ਆ? ਗਿਆਨ ਅੰਜਨ ਗੁਰ ਦੀਆਂ ਅਗਿਆਨ ਅੰਧੇਰ। ਇਹ ਉਹ ਸੂਰਜ ਦਾ ਚਾਨਣ ਹੈ ਗੁਰਬਾਣੀ, ਜਿਹੜਾ ਸਾਡੇ ਮਨਾਂ ਦੇ ਉੱਤੇ ਪਏ ਹੋਏ ਹਨੇਰੇ ਨੂੰ ਵੀ ਖਤਮ ਕਰ ਸਕਦਾ ਹੈ। ਤੇ ਬਾਹਰ ਦੇ ਸੂਰਜ ਵਿੱਚ ਇੰਨੀ ਪਾਵਰ ਨਹੀਂ ਹੈ। ਬਾਹਰ ਦਾ ਸੂਰਜ ਭਾਵੇਂ ਇੱਕ ਦੀ ਜਗ੍ਹਾ ਤੇ 1000 ਗੁਣਾ ਚਾਨਣ ਹੋਰ ਵੱਧ ਦੇ ਦੇਵੇ, ਤਾਂ ਵੀ ਉਹਦੇ ਵਿੱਚ ਇੰਨੀ ਪਾਵਰ ਨਹੀਂ ਕਿ ਉਹ ਸਾਡੀ ਅਗਿਆਨਤਾ ਦੇ ਹਨੇਰੇ ਨੂੰ ਕੱਟ ਸਕੇ। ਜੇ 100 ਚੰਦਾ ਉਗਵੈ ਸੂਰਜ ਚੜੇ 1000, ਇੱਥੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਜੇ ਤੁਹਾਨੂੰ ਲੱਗਦਾ ਵੀ ਮੈਂ ਅਗਿਆਨੀ ਹਾਂ, ਫਿਰ ਆਪਣੇ ਜਿਹੜੇ ਬੋਲਾਂ ਦਾ ਤੀਰ ਮਾਰੋ ਤਾਂ ਕਿ ਮੇਰਾ ਅਗਿਆਨ ਕੱਟਿਆ ਜਾਵੇ। ਨੀਕੇ ਹਨ ਹੈ ਕਰਤ ਸਭ ਹਨਾ। ਕਹਿਣ ਲੱਗੇ ਮੈਂ ਆਪਣੇ ਅੰਦਰ ਜੋ ਵੀ ਮੇਰੇ ਅੰਦਰ ਅਧੂਰਾਪਨ ਹੈ ਉਹ ਖਤਮ ਹੋ ਜਾਵੇ। ਬੂਝੋ ਇੱਕ ਸਵਾਲ ਸੁਕਹੀਏ। ਹੁਣ ਇਹ ਸਾਰੀਆਂ ਗੱਲਾਂ ਕਰਨ ਤੋਂ ਬਾਅਦ ਕਹਿੰਦਾ ਮੈਂ ਹੁਣ ਤੁਹਾਨੂੰ ਪੁੱਛਣ ਲੱਗਾ ਸਵਾਲ, ਤੇ ਤੁਸੀਂ ਉਸ ਸਵਾਲ ਦਾ ਜਵਾਬ ਦੇ ਕੇ ਮੇਰਾ ਅਗਿਆਨਤਾ ਦਾ ਹਨੇਰਾ ਵੀ ਦੂਰ ਕਰਨਾ, ਮੇਰੇ ਮਨ ਦੀ ਸ਼ੰਕਾ ਵੀ ਮਿਟਾਉਣੀ, ਮੇਰੇ ਮਨ ਦਾ ਭਰਮ ਵੀ ਦੂਰ ਕਰਨਾ। ਮੈਂ ਆਪ ਜੀ ਨੂੰ ਸਵਾਲ ਕਰਦਾ ਹਾਂ, ਮੇਰੋ ਭਰਮ ਸਰਬ ਅਬਦਹੀਏ। ਇਹ ਹੁਣ ਤੁਹਾਡੇ ਹੱਥ ਹੈ ਕਿ ਮੇਰਾ ਭਰਮ ਕਿਵੇਂ ਨਾਸ਼ ਕਰਨਾ ਹੈ। ਇਹ ਸਵਾਲ ਹੁਣ ਬਾਬਾ ਫਰੀਦ ਸਾਹਿਬ ਜੀ ਦੇ ਸ਼ਲੋਕ ਦੇ ਰਾਹੀਂ ਸਵਾਲ ਗੁਰੂ ਨਾਨਕ ਸਾਹਿਬ ਜੀ ਨੂੰ ਇਹਨੇ ਕਰਨਾ ਹੈ। ਸ਼ਲੋਕ ਫਰੀਦਾ ਪਾੜ ਪਟੋਲਾ ਤਜ ਕਰੀ, ਕੰਬਲੜੀ ਪਹਿਰਿਓ, ਜਿਨੀ ਵੇਸੀ ਸੋਹ ਮਿਲੈ ਸੇਈ ਵੇਸ ਕਰਿਓ। ਇਹ ਪਾਵਨ ਸ਼ਲੋਕ ਜਦੋਂ ਅਸੀਂ ਬਾਬਾ ਫਰੀਦ ਸਾਹਿਬ ਜੀ ਦੇ ਸ਼ਲੋਕ ਪੜ੍ਹਦੇ ਹਾਂ ਤੇ 103 ਨੰਬਰ ਇਹ ਸ਼ਲੋਕ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਪਾਵਨ ਅੰਗ 1383 ਉੱਪਰ ਸੁਭਾਈਮਾਨ ਹੈ। ਸਤਿਗੁਰੂ ਮਹਾਰਾਜ ਜੀ ਕਿਰਪਾ ਕਰਨ। ਇਹ ਪਾਵਨ ਸ਼ਲੋਕ ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਸੁਭਾਈਮਾਨ ਹੈ 1393 ਅੰਗ ਦੇ ਉੱਪਰ, ਉੱਥੇ ਬਾਬਾ ਫਰੀਦ ਸਾਹਿਬ ਨੇ ਜਿਹੜੀ ਗੱਲ ਕਹੀ, ਕਹਿੰਦੇ ਫਰੀਦਾ ਪਾੜ ਪਟੋਲਾ। ਜੇ ਮੈਂ ਪਾੜ ਦਾ ਅਰਥ ਪਾੜ ਕੇ, ਗੁਰਬਾਣੀ ਜਿਹੜੇ ਪੜ੍ਹਦੇ ਆ ਉਹਨਾਂ ਨੂੰ ਵਿਆਕਰਨ ਦੇ ਹਿਸਾਬ ਨਾਲ ਸਮਝ ਹੈ ਕਿ ਇੱਥੇ ਜਿਹੜਾ ਰਾੜਾ ਉਹਨੂੰ ਸਿਆਰੀ ਲੱਗੀ ਹੈ, ਉਹਦਾ ਅਰਥ ਹੈ ਵੀ ਪਾੜ ਕੇ, ਪਾਟ ਦਾ ਅਰਥ ਹੁੰਦਾ ਕੱਪੜਾ, ਵੀ ਮੈਂ ਜਿਹੜਾ ਕੱਪੜਾ ਹੈ ਉਹਨੂੰ ਪਾੜ, ਪਟੋਲਾ ਕੱਪੜੇ ਨੂੰ ਕਹਿੰਦੇ ਆ। ਵੀ ਬਾਬਾ ਫਰੀਦ ਸਾਹਿਬ ਨੇ ਇਹ ਗੱਲ ਕਹੀ ਆ ਵੀ ਪਾੜ ਪਟੋਲਾ ਧੱਜ ਕਰੀ, ਧੱਜ ਦਾ ਅਰਥ ਹੁੰਦਾ ਲੀਰੋ ਲੀਰ ਕਰ ਦੇਣਾ। ਵੀ ਇੱਕ ਕੱਪੜਾ ਲੈ ਕੇ ਉਹਨੂੰ ਮੈਂ ਪਾੜ ਕੇ ਲੀਰੋ ਲੀਰ ਜਿਹੜੀਆਂ ਕਰਕੇ ਕੰਬਲੜੀ ਪਹਿਰਿਓ ਤੇ ਇੱਕ ਕੰਬਲੀ ਜਈ ਆਪਣੇ ਤਨ ਦੇ ਉੱਤੇ ਪਾ, ਫਕੀਰੀ ਬਣਾ ਜਿਹੜਾ ਹੈ, ਫਕੀਰਾਂ ਵਾਲਾ ਪਹਿਰਾਵਾ ਜਿਹੜਾ ਉਹ ਮੈਂ ਬਣਾ ਲਵਾਂ। ਫਿਰ ਉਹਨਾਂ ਆਖਿਆ ਵੀ ਜਿੰਨੀ ਵੇਸੀ ਸ਼ਹੁ ਮਿਲੈ, ਜਿਸ ਵੇਸ ਦੇ ਨਾਲ ਸ਼ਹੁ ਮੈਨੇ ਪਰਮਾਤਮਾ ਖੁਦਾ ਅਕਾਲ ਪੁਰਖ ਵਾਹਿਗੁਰੂ। ਸ਼ਹੁ ਦਾ ਅਰਥ ਵੈਸੇ ਪਤੀ ਹੁੰਦਾ ਹੈ, ਇਹ ਵੀ ਸਮਝ ਕੇ ਚੱਲਣਾ। ਪਤੀ ਪਰਮੇਸ਼ਵਰ ਹੈ ਔਰ ਸਾਡੀ ਜਿਹੜੀ ਜੀਵ ਇਸਤਰੀ ਜੋ ਆਤਮਾ ਹੈ, ਸਰੀਰ ਨਹੀਂ, ਸਰੀਰ ਕਰਕੇ ਤੇ ਆਪਾਂ ਮੇਲ ਫੀਮੇਲ ਪੁਰਸ਼ ਇਸਤਰੀ ਦੇ ਰੂਪ ਵਿੱਚ ਆ, ਪਰ ਜੋ ਸਾਡੇ ਸਰੀਰ ਦੇ ਅੰਦਰ ਜੀਵ ਆਤਮਾ ਉਹ ਇਸਤਰੀ ਰੂਪ ਵਿੱਚ ਹੈ। ਜਿੰਨੇ ਵੀ ਆਪਾਂ ਸੰਸਾਰ ਵਿੱਚ ਜੀਵ ਹਾਂ, ਭਾਵੇਂ ਮੇਲ ਭਾਵੇਂ ਫੀਮੇਲ, ਸਾਰੇ ਦੇ ਸਾਰੇ ਹੀ ਜੀਵ ਇਸਤਰੀਆਂ ਦੇ ਰੂਪ ਵਿੱਚ ਪਰਮੇਸ਼ਵਰ ਦੇ ਚਰਨਾਂ ਵਿੱਚ ਜੁੜਨਾ, ਕਿਉਂਕਿ ਸਾਡੇ ਸਾਰਿਆਂ ਦਾ ਸ਼ਹੁ, ਸਾਰਿਆਂ ਦਾ ਪਤੀ, ਸਾਡੇ ਸਾਰਿਆਂ ਦਾ ਖਸਮ ਇੱਕੋ ਹੀ ਹੈ ਪਰਮਾਤਮਾ। ਅਸੀਂ ਜੀਵ ਆਤਮਾ ਕਰਕੇ ਪਰਮਾਤਮਾ ਦੇ ਵਿੱਚ ਮਿਲਣਾ ਹੈ। ਇਸ ਲਈ ਕਹਿੰਦੇ ਜਿੰਨੀ ਵੇਸੀ ਸ਼ਹੁ ਮਿਲੈ ਸੋਈ ਵੇਸ ਕਰਿਓ। ਮੈਂ ਉਹ ਵੇਸ ਧਾਰਨ ਕਰਨ ਨੂੰ ਤਿਆਰ ਹਾਂ ਜਿਹੜੇ ਵੇਸ ਦੇ ਵਿੱਚ ਮੈਨੂੰ ਸ਼ਹੁ, ਮੇਰਾ ਖੁਦਾ, ਮੇਰਾ ਰੱਬ, ਮੇਰਾ ਪਿਆਰਾ ਵਾਹਿਗੁਰੂ ਮੈਨੂੰ ਮਿਲ ਜਾਏ। ਬਾਬਾ ਫਰੀਦ ਸਾਹਿਬ ਨੇ ਇਸ ਸ਼ਲੋਕ ਵਿੱਚ ਜ਼ਿਕਰ ਕੀਤਾ ਕਿ ਮੈਂ ਕੱਪੜੇ ਨੂੰ ਪਾੜ ਕੇ ਲੀਰੋ ਲੀਰ ਕਰ ਲਵਾਂ ਔਰ ਮੈਂ ਕੰਬਲੀ ਜਿਹੜੀ ਆ ਆਪਣੇ ਤੇ ਉਹਨੂੰ ਓੜ ਲਵਾਂ, ਇਸ ਤਰ੍ਹਾਂ ਦਾ ਵੇਸ ਬਣਾ ਲਵਾਂ ਵੀ ਜੇ ਮੈਨੂੰ ਉਹ ਸ਼ਹੁ ਪਿਆਰਾ ਮਿਲ ਜਾਵੇ। ਇੱਕ ਖੁਦਾਏ ਜੋ ਤੁਮ ਕਹਿਓ ਕੈਸੇ ਪਾਵੋ ਸੋਏ। ਉਹਨਾਂ ਨੇ ਆਖਿਆ ਵੀ ਗੁਰੂ ਨਾਨਕ ਸਾਹਿਬ ਦੱਸੋ। ਬਾਬਾ ਫਰੀਦ ਸਾਹਿਬ ਜੀ ਦਾ ਸ਼ਲੋਕ ਤੇ ਆ ਕਹਿੰਦਾ। ਬਾਬਾ ਫਰੀਦ ਸਾਹਿਬ ਦੀ ਇਹ ਗੱਲ ਕਹਿੰਦੇ। ਇੱਕ ਹੋਰ ਬਚਨ ਆਪਾਂ ਬਾਣੀ ਵਿੱਚ ਪੜ੍ਹਦੇ ਹਾਂ ਜਿਨ੍ਹਾਂ ਵਿੱਚ ਉਹਨਾਂ ਨੇ ਆਪਣੇ ਬਾਹਰ ਦੇ ਵੇਸ ਨੂੰ ਕਾਲੇ ਰੂਪ ਵਿੱਚ ਬਿਆਨ ਕੀਤਾ ਹੈ। ਉਹਨਾਂ ਆਖਿਆ ਕਾਲੇ ਮੈਂਡੇ ਕੱਪੜੇ, ਕਾਲਾ ਮੈਂਡਾ ਵੇਸ, ਗੁਣ ਹੀ ਭਰਿਆ ਮੈਂ ਫਿਰਾਂ ਲੋਕ ਕਹਿਣ ਦਰਵੇ। ਲੋਕੀ ਮੇਰਾ ਵੇਸ ਵੇਖ ਕੇ ਦਰਵੇਸ਼ ਕਹੀ ਜਾਂਦੇ ਆ। ਅਸੀਂ ਵੀ ਇੱਥੇ ਹੀ ਆ ਕੇ ਟਪਲਾ ਖਾ ਜਾਂਦੇ ਹਾਂ, ਧੋਖਾ ਖਾ ਜਾਂਦੇ ਹਾਂ, ਮਾਰ ਖਾ ਜਾਂਦੇ ਹਾਂ ਜਾਂ ਲੁੱਟੇ ਵੀ ਜਾਂਦੇ ਹਾਂ। ਬਾਹਰ ਦਾ ਦਰਵੇਸ਼ ਵਾਲਾ ਪਹਿਰਾਵਾ ਵੇਖ ਕੇ ਅਸੀਂ ਕਹਿੰਦੇ ਵੀ ਬਸ ਇਹਦੇ ਕੋਲ ਹੀ ਰੱਬ ਹੈ, ਹੋਰ ਰੱਬ ਮਿਲਣਾ ਹੀ ਕਿਤੇ ਨਹੀਂ। ਇਹੀ ਰੱਬ ਨਾਲ ਜੁੜਿਆ ਹੋਇਆ, ਹੋਰ ਕੋਈ ਜੁੜਿਆ ਵੀ ਨਹੀਂ ਹੋਣਾ। ਪਰ ਪਤਾ ਉਦੋਂ ਲੱਗਦਾ ਅੰਦਰ ਕੁਝ ਹੋਰ ਖੇਡ ਬਣੀ ਪਈ ਹੈ। ਅਸੀਂ ਕੇਵਲ ਵੇਸ ਨੂੰ ਵੇਖ ਕੇ ਦਰਵੇਸ਼ ਸਮਝ ਲਿਆ, ਪਰ ਬਾਬਾ ਫਰੀਦ ਸਾਹਿਬ ਕਹਿੰਦੇ ਇਕੱਲਾ ਪਹਿਰਾਵਾ ਇਹ ਨਹੀਂ ਬਿਆਨ ਕਰਦਾ ਵੀ ਇਹ ਵਾਕਈ ਹੀ ਦਰਵੇਸ਼ ਹੈ। ਇਹ ਉਸ ਮਾਲਕ ਦੇ ਦਰ ਅੰਦਰ ਪ੍ਰਵੇਸ਼ ਕਰਨ ਵਾਲਾ ਇਹ ਇੱਕ ਪਹੁੰਚਿਆ ਹੋਇਆ ਪੀਰ ਹੈ ਜਿਹੜਾ ਉਹਦੇ ਘਰ ਤੱਕ ਪਹੁੰਚ ਗਿਆ ਹੈ। ਕੇਵਲ ਬਾਹਰ ਦਾ ਵੇਸ ਵੇਖ ਕੇ ਨਹੀਂ, ਅੰਦਰ ਦਾ ਭੇਖ ਵੇਖਣਾ ਪੈਣਾ ਹੈ। ਹੁਣ ਇੱਥੇ ਆਖਿਆ ਏਕ ਖੁਦਾਏ ਜੋ ਤੁਮ ਕਹਿਓ। ਜੇ ਤੁਸੀਂ ਕਹਿੰਦੇ ਹੋ ਵੀ ਖੁਦਾ ਇੱਕ ਹੈ ਤਾਂ ਫਿਰ ਕੈਸੇ ਪਾਵੋ ਸੋਏ, ਮੈਂ ਕਿਵੇਂ ਉਹਨੂੰ ਪਾਉਣਾ ਕਰਾਂ। ਪਟ ਉਤਾਰ ਬਨ ਜਾਏ ਹੋ ਮੋਹ ਕੁਟੰਬ ਕੋ ਖੋਏ। ਚਲੋ ਬਾਬਾ ਫਰੀਦ ਸਾਹਿਬ ਨੇ ਆਖਿਆ ਵੀ ਕੰਬਲੀ ਓੜ ਲਵਾਂ, ਆਪਣਾ ਲੀਰੋ ਲੀਰ ਜਿਹੜਾ ਬਸਤਰ ਕਰ ਲਵਾਂ, ਇਦਾਂ ਦਾ ਵੇਸ ਫਕੀਰਾਂ ਵਾਲਾ ਬਣਾ ਲਾਂ। ਪਰ ਜੇ ਤੁਸੀਂ ਕਹੋ ਤਾਂ ਪੱਟ ਉਤਾਰ, ਮੈਂ ਸਾਰੇ ਕੱਪੜੇ ਹੀ ਉਤਾਰ ਦੇਣਾ, ਨਾਗਾ ਸਾਧੂ ਹੋ ਜਾਣਾ। ਜੇ ਮੈਨੂੰ ਇਦਾਂ ਕਰਨ ਨਾਲ ਖੁਦਾ ਮਿਲ ਜਾਵੇ, ਪੱਟ ਉਤਾਰ ਬਨ ਜਾਏ ਹੋ, ਬਨ ਕਹਿੰਦੇ ਜੰਗਲ ਨੂੰ, ਵੀ ਮੈਂ ਸਾਰੇ ਤਨ ਦੇ ਬਸਤਰ ਉਤਾਰ ਕੇ ਜੰਗਲ ਵਿੱਚ ਚਲਾ ਜਾਣਾ। ਔਰ ਮੋਹ ਕਟੰਬ ਕੋ ਖੋਏ, ਮੈਂ ਆਪਣੇ ਪਰਿਵਾਰ ਦਾ ਜਿਹੜਾ ਮੋਹ ਪਿਆਰ ਹੈ ਉਹ ਵੀ ਖਤਮ ਕਰ ਦੇਣਾ। ਇਹ ਖਤਮ ਕਰਕੇ ਮੈਂ ਜੰਗਲ ਵਿੱਚ ਜਾ ਕੇ ਬੈਠ ਜਾਣਾ ਹਾਂ। ਕਿੰਥਾ ਕਮਰੀ ਕੀ ਕਰ ਪਾਵੋ। ਔਰ ਮੈਂ ਆਪਣੇ ਗਲ ਦੇ ਵਿੱਚ ਕੰਬਲੀ ਲੈ ਕੇ ਉਹਦੀ ਗੋਦੜੀ ਬਣਾ ਕੇ ਪਾ ਲਵਾਂ। ਸੁਤ ਬਨਤਾ ਕੋ ਮੁਖ ਨਾ ਦਿਖਾਵੋ। ਔਰ ਕਦੇ ਵੀ ਆਪਣੇ ਧੀ ਪੁੱਤ ਇਸਤਰੀ ਪਰਿਵਾਰ ਨੂੰ ਆਪਣਾ ਮੁਖ ਹੀ ਨਾ ਦਿਖਾਵਾਂ। ਜੇ ਇਦਾਂ ਰੱਬ ਮਿਲਦਾ ਹੋਵੇ, ਜੇ ਇਸ ਤਰ੍ਹਾਂ ਕਿਤੇ ਖੁਦਾ ਮਿਲਦਾ ਹੋਵੇ। ਜਿਸ ਬਿਦ ਪਿਆਰੇ ਕੋ ਹੋਏ ਮੇਲਾ। ਬਸ ਇਹ ਦੱਸ ਦਿਓ ਵੀ ਉਹ ਕਿਹੜੀ ਜੁਗਤੀ, ਕਿਹੜਾ ਤਰੀਕਾ ਹੈ ਜਿਹਦੇ ਨਾਲ ਵਾਹਿਗੁਰੂ ਨਾਲ ਮੇਲਾ। ਇੱਕ ਗੱਲ ਧਿਆਨ 'ਚ ਰੱਖਿਓ, ਗੁਰਮਤਿ ਸਾਨੂੰ ਇਹ ਨਹੀਂ ਕਹਿੰਦੀ ਕਿ ਤੂੰ ਨਾਗਾ ਸਾਧੂ ਬਣ ਕੇ ਬਹਿ ਜਾ, ਤੂੰ ਮੁੰਨੀ ਬਣ ਕੇ ਮੋਹਨ ਧਾਰ ਕੇ ਬਹਿ ਜਾ, ਤੂੰ ਜੰਗਲਾਂ 'ਚ ਜਾਂ ਪਹਾੜਾਂ ਦੀ ਚੋਟੀ ਤੇ ਬਹਿ ਜਾ, ਜਾਂ ਪਰਿਵਾਰ ਗ੍ਰਸਤ ਨੂੰ ਤਿਆਗ ਦੇ। ਨਹੀਂ, ਗੁਰਬਾਣੀ ਕਹਿੰਦੀ ਆ ਅੰਜਨ ਮਾਹੇ ਨਿਰੰਜਨ ਰਹੀਐ ਜੋਗ ਜੁਗਤ ਇਮ ਪਾਈਏ। ਤੂੰ ਧੀਆਂ ਪੁੱਤਰਾਂ ਵਿੱਚ ਰਹਿ, ਤੂੰ ਪਰਿਵਾਰ ਦੇ ਵਿੱਚ ਰਹਿ, ਕਿਰਤ ਕਰ, ਨਾਮ ਜਪ, ਵੰਡ ਛਕ। ਇਹ ਤਿੰਨ ਸਿਧਾਂਤ ਤੇ ਪਹਿਰਾ ਦੇ। ਸੰਸਾਰ ਵਿੱਚ ਰਹਿ ਕੇ ਬੁਰਾਈਆਂ ਤੋਂ ਆਪਣਾ ਛੁਟਕਾਰਾ ਪਾ, ਤੈਨੂੰ ਸੰਸਾਰ ਵਿੱਚ ਹੀ ਰੱਬ ਮਿਲੇਗਾ। ਇਨਸਾਨ ਨਾਲ ਜੋ ਤੇਰੇ ਸਾਹਮਣੇ ਇਨਸਾਨ ਹੈ, ਭਾਵੇਂ ਭਰਾ ਦੇ ਰੂਪ ਵਿੱਚ ਹੈ, ਭਾਵੇਂ ਕੋਈ ਬੇਗਾਨੇ ਦੇ ਰੂਪ ਵਿੱਚ ਹੈ, ਨਫ਼ਰਤ ਨਾ ਕਰ, ਕਿਉਂਕਿ ਹਰ ਇੱਕ ਅੰਦਰ ਉਹ ਖੁਦਾ ਬੈਠਾ ਹੈ। ਇੱਕ ਪਾਸੇ ਉਹਨੂੰ ਪਾਉਣਾ ਚਾਹੁੰਦੇ ਆ, ਦੂਜੇ ਪਾਸੇ ਉਹਦੇ ਨਾਲ ਹੀ ਨਫ਼ਰਤ ਕਰ ਰਹੇ ਆ, ਫਿਰ ਗੱਲ ਕਿਵੇਂ ਬਣੇਗੀ। ਇਸ ਲਈ ਇਹਨੇ ਆਖਿਆ ਮਹਾਰਾਜ ਦੱਸੋ ਹੁਣ ਮੈਂ ਸਾਰਾ ਕੁਝ ਇਹ ਕਰਨ ਨੂੰ ਤਿਆਰ ਹਾਂ, ਬਸ ਮੈਨੂੰ ਖੁਦਾ ਦੇ ਨਾਲ ਮਿਲਾ ਦਿਓ, ਮੇਰਾ ਉਹਦੇ ਨਾਲ ਮੇਲਾ ਹੋਣਾ ਚਾਹੀਦਾ ਹੈ। ਸੋਈ ਕਹੋ ਅਨੰਤ ਕਹੋ ਪਹਿਲਾ। ਜੋ ਤੁਸੀਂ ਕਹੋਗੇ ਮੈਂ ਉਦਾਂ ਹੀ ਕਰਨ ਨੂੰ ਤਿਆਰ ਹਾਂ। ਜੰਗਲ 'ਚ ਕਹੋ ਜੰਗਲ ਚਲਾ ਜਾਣਾ, ਮੋਹਨ ਕਹੋ ਮੋਹਨ ਧਾਰ ਲੈਣਾ। ਪਰ ਧਿਆਨ ਰੱਖਿਓ ਜਿਹੜੇ ਬਾਣੀ ਪੜ੍ਹਦੇ ਆ, ਮਹਾਰਾਜ ਨੇ ਪਹਿਲੀ ਪੌੜੀ ਵਿੱਚ ਹੀ ਇਹ ਸਾਰੀਆਂ ਗੱਲਾਂ ਕੱਟ ਦਿੱਤੀਆਂ ਵੀ ਇਦਾਂ ਸਿਆਣਪ ਨਾਲ ਕਈ ਜਨਮ ਲੱਗੇ ਰਹੋ ਤਾਂ ਵੀ ਤੁਸੀਂ ਰੱਬ ਨੂੰ ਨਹੀਂ ਪਾ ਸਕਦੇ।
ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ, ਚੁੱਪੈ ਚੁੱਪ ਨਾ ਹੋਵਈ ਜੇ ਲਾਏ ਰਹਾ, ਲਿਵ ਤਾਰ ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ, ਭਾਰ ਸਹਿਸ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ। ਰੱਬ ਨੂੰ ਮਿਲਣ ਲਈ ਇੱਕ ਵੀ ਨਾਲ ਨਹੀਂ ਚੱਲਦੀਆਂ। ਇਹਨੇ ਆਖਿਆ ਮਹਾਰਾਜ ਦੱਸੋ ਜਿੱਦਾਂ ਕਹੋਗੇ ਮੈਂ ਉਸੇ ਤਰ੍ਹਾਂ ਸੇਵਾ ਸਿਮਰਨ ਵਿੱਚ ਵੀ ਜੁੜਨ ਨੂੰ ਤਿਆਰ ਹਾਂ, ਬਸ ਮੇਰਾ ਪਿਆਰੀ ਨਾਲ, ਖੁਦਾ ਨਾਲ, ਰੱਬ ਨਾਲ ਮੇਲ ਹੋ ਜਾਵੇ। ਕਿਸ ਬਿਦ ਕਰੋ ਸੇਵ ਮੈਂ ਤਾਂ ਕੀ, ਮੈਂ ਕਿਵੇਂ ਉਹਦੀ ਸੇਵਾ ਕਰਾਂ, ਕਿਹੜੇ ਤਰੀਕੇ ਨਾਲ, ਬਿਦ ਕਹਿੰਦੇ ਤਰੀਕਾ, ਕਿਹੜੇ ਤਰੀਕੇ ਨਾਲ ਉਹਦੀ ਸੇਵਾ ਕਰਾਂ, ਕਿਹੜੀ ਜੁਗਤੀ ਨਾਲ ਉਹਦੀ ਸੇਵਾ ਜਿਹੜੀ ਆ ਉਹ ਮੈਂ ਕਰਾਂ। ਇੱਕ ਬੇਨਤੀ ਕਰਕੇ ਚੱਲਾਂ, ਸਾਨੂੰ ਲੋਕਾਂ ਨੇ ਭਰਮ ਬਹੁਤ ਪਾਇਆ, ਖਾਸ ਕਰਕੇ ਦਿਨਾਂ ਦੇ ਭਰਮ ਬੜੇ ਪਾਏ ਆ ਵੀ ਜੇ ਤੁਸੀਂ ਸੋਮਵਾਰ ਆਹ ਚੀਜ਼ ਦਿਓਗੇ ਤੇ ਤੁਹਾਡਾ ਕੰਮ ਬਣ ਜਾਏਗਾ, ਜੇ ਤੁਸੀਂ ਮੰਗਲਵਾਰ ਆਹ ਚੀਜ਼ ਦਿਓਗੇ। ਆ ਸਾਨੂੰ ਆਟਾ ਦਾਲ ਵਿੱਚ ਹੀ ਉਲਝਾ ਕੇ ਰੱਖਤਾ। ਅਸੀਂ ਇਹਦੇ 'ਚ ਹੀ ਉਲਝੇ ਪਏ ਆ ਵੀ ਜੇ ਸੋਮਵਾਰ ਤੁਸੀਂ ਆਹ ਫਲਾਣੀ ਥਾਂ ਤੇ ਤੁਸੀਂ ਆਹ ਦਾਲ ਦਿਓਗੇ, ਮੰਗਲਵਾਰ ਫਲਾਣੀ ਥਾਂ ਤੇ ਆਹ ਦਾਲ ਦਿਓਗੇ ਤੇ ਕੰਮ ਬਣ ਜਾਏਗਾ। ਤੇ ਜੇ ਦਾਲਾਂ ਆਟਾ ਦੇਣ ਨਾਲ ਹੀ ਕੰਮ ਬਣਦਾ, ਫਿਰ ਨਿਤਨੇਮ ਦੀ ਕੀ ਲੋੜ ਹੈ? ਫਿਰ ਸਾਨੂੰ ਬਾਣੀ ਦੀ ਕੀ ਲੋੜ ਹੈ? ਸੰਗਤ ਦੀ ਕੀ ਲੋੜ ਹੈ? ਫਿਰ ਅਰਦਾਸਾਂ ਦੀ ਕੀ ਲੋੜ ਹੈ ਆਪਾਂ ਨੂੰ? ਫਿਰ ਸੰਗਤ ਦੇ ਜੋੜੇ ਝਾੜਨ ਦੀ ਕੀ ਲੋੜ ਹੈ? ਸੰਗਤਾਂ ਦੇ ਜੂਠੇ ਬਰਤਨ ਮਾਂਜਣ ਦੀ ਕੀ ਲੋੜ ਹੈ? ਲੰਗਰ ਦੇ ਪ੍ਰਵਾਹ ਰੋਜ਼ ਚੱਲਦੇ ਨੇ, ਰੋਜ਼ ਸਿੱਖ ਸੰਗਤਾਂ ਵਾਸਤੇ ਲੰਗਰ ਦੇ ਪ੍ਰਵਾਹ ਚੱਲਦੇ ਆ। ਜਿਹੜਾ ਤੁਹਾਨੂੰ ਕਹਿੰਦਾ ਵੀ ਸ਼ਨੀਵਾਰ ਨੂੰ ਹੀ ਆਹ ਚੀਜ਼ ਦੇਣੀ ਆ, ਜੇ ਸ਼ੁੱਕਰਵਾਰ ਦੇ ਦਿਓਗੇ ਤਾਂ ਵੀ ਪ੍ਰਵਾਨ ਹੋ ਜਾਏਗੀ। ਜੇ ਤੁਸੀਂ ਉਹਨੂੰ ਐਤਵਾਰ ਦੇ ਦਿਓਗੇ ਉਹ ਤਾਂ ਵੀ ਪ੍ਰਵਾਨ। ਇਹ ਉਹ ਘਰ ਹੈ ਜਿਹੜਾ ਸਾਡੇ ਦਿਨਾਂ ਦੇ ਭਰਮ ਨਹੀਂ ਪਾਉਂਦਾ। ਮਾਰੇ ਕਹਿੰਦੇ ਤੇਰੇ ਅੰਦਰ ਬਸ ਸੇਵਾ ਦੀ ਭਾਵਨਾ ਹੋਣੀ ਚਾਹੀਦੀ ਹੈ, ਦਿਨਾਂ ਕਰਕੇ ਨਹੀਂ। ਦਿਨ ਤਾਂ ਫਿਰ ਭਰਮ ਬਣ ਗਿਆ। ਤੂੰ ਹਰ ਦਿਨ ਤੇਰੇ ਅੰਦਰ ਸੇਵਾ ਦੀ ਭਾਵਨਾ ਹੋਣੀ ਚਾਹੀਦੀ ਹੈ, ਬਸ ਉਹ ਭਾਵਨਾ ਨੂੰ ਫਲ ਲੱਗਣਾ ਹੈ। ਇਹਨੇ ਆਖਿਆ ਮਹਾਰਾਜ ਦੱਸੋ ਕਿਹੜੀ ਬਿਰਧ ਤਰੀਕਾ ਕਿਹੜਾ ਹੈ? ਕਰੋ ਸੇਵ ਮੈਂ ਤਾਂ ਕਿ ਜਿਹਦੇ ਨਾਲ ਮੈਂ ਸੇਵਾ ਕਰਾਂ, ਮੈਨੂੰ ਉਹ ਤਰੀਕਾ ਵੀ ਦੱਸ ਦੇਵੋ। ਜਿਸ ਤੇ ਛੂਟੇ ਜਮ ਕੀ ਬਾਕੀ, ਜਿਹਦੇ ਨਾਲ ਜਮ ਦੀ ਫਾਹੀ ਜਿਹੜੀ ਆ ਉਹ ਕੱਟੀ ਜਾਏ, ਜਮ ਤੋਂ ਛੁਟਕਾਰਾ ਹੋ ਜਾਵੇ। ਬਚਨ ਪੀਰ ਕੇ ਸੁਣ ਸੁਖ ਸਦਨ, ਸੁੱਖਾਂ ਦੇ ਘਰ ਵਿੱਚ ਰਹਿਣ ਵਾਲੇ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਜਦੋਂ ਇਸ ਸ਼ੇਖ ਬ੍ਰਹਮ ਪੀਰ ਦੇ ਬੋਲ ਸੁਣੇ ਹਨ, ਕਹਿਓ ਸ਼ਲੋਕ ਆਪ ਸ਼੍ਰੀ ਸਦਨ, ਉਦੋਂ ਫਿਰ ਮਹਾਰਾਜ ਨੇ ਇੱਕ ਸ਼ਲੋਕ ਜਿਹੜਾ ਉਚਾਰਨ ਕੀਤਾ ਹੈ। ਸ਼ਲੋਕ ਮਹਲਾ ਪਹਿਲਾ। ਘਰ ਹੀ ਮੁੰਦ ਵਿਦੇਸ਼ ਫਿਰ ਨਿਤ ਚੂਰੇ ਸੰਭਾਲੇ, ਮਿਲਦਿਆਂ ਢਿੱਲ ਨਾ ਹੋਵਈ ਜੇ ਨੀਅਤ ਰਾਸ ਕਰੇ। ਗੁਰੂ ਸਾਹਿਬ ਜੀ ਨੇ ਫਿਰ ਦੱਸਿਆ ਇਸ ਸ਼ਲੋਕ ਦੇ ਰਾਹੀਂ, ਜੇ ਨੀਅਤ ਸਾਫ਼ ਨਹੀਂ ਨਾ ਅੰਦਰ, ਜੇ ਨੀਅਤ ਵਿੱਚ ਖੋਟ ਹੈ, ਫਿਰ ਭਾਵੇਂ ਜੰਗਲ 'ਚ ਵੀ ਜਾ ਕੇ ਬਹਿ ਜਾਓ ਰੱਬ ਨਹੀਂ ਮਿਲਣਾ। ਜੇ ਸਾਡੀ ਨੀਅਤ ਸਾਫ਼ ਨਹੀਂ ਹੈ ਨਾ, ਤੇ ਫਿਰ ਆਪਾਂ ਤੀਰਥਾਂ ਦੇ ਕੰਢੇ ਵੀ ਜਾ ਕੇ ਬੈਠ ਜਾਈਏ ਤਾਂ ਵੀ ਫਲ ਨਹੀਂ ਮਿਲਣਾ। ਇੱਥੋਂ ਤੱਕ ਵੀ ਕਹਿ ਦਿਆਂ ਜੇ ਨੀਅਤ ਸਾਫ਼ ਨਹੀਂ ਹੈ ਤੇ ਜਿੰਨਾ ਮਰਜ਼ੀ ਪਾਠ ਕਰ ਲਓ ਫਲ ਤਾਂ ਵੀ ਨਹੀਂ ਮਿਲਣਾ, ਤੇ ਜਿੰਨੀ ਮਰਜ਼ੀ ਅਰਦਾਸਾਂ ਕਰ ਲਈ। ਨੀਅਤ ਸਾਫ਼ ਰੱਖਾਂਗੇ ਤਾਂ ਫਿਰ ਫਲ ਤੱਕ ਪਹੁੰਚ ਜਾਵਾਂਗੇ। ਹੁਣ ਮਿੱਟੀ ਚੰਗੀ ਹੈ ਪਰ ਬੀਜ ਮਾੜਾ, ਤੇ ਜੇ ਬੀਜ ਮਾੜਾ ਤੇ ਫਲ ਲੱਗਣਾ ਹੀ ਕੋਈ ਨਹੀਂ। ਬੀਜ ਮਾੜਾ ਪਾ ਦਿੱਤਾ ਤੇ ਫਲ ਲੱਗਣਾ ਹੀ ਕੋਈ ਨਹੀਂ ਹੈ। ਆ ਹੁਣ ਬਾਹਰੋਂ ਪਹਿਰਾਵਾ ਪਾ ਕੇ ਅਸੀਂ ਧਰਮੀ ਹੋ ਗਏ, ਆ ਮਿੱਟੀ ਹੈ ਨਾ, ਸਰੀਰ ਮਿੱਟੀ ਹੈ, ਇਹਦੇ ਤੇ ਅਸੀਂ ਬੜਾ ਸੋਹਣਾ ਪਹਿਰਾਵਾ ਪਾ ਲਿਆ, ਪਰ ਜੇ ਅੰਦਰ ਨੀਅਤ ਵਾਲਾ ਬੀਜ ਹੀ ਮਾੜਾ ਹੈ, ਜੇ ਅੰਦਰ ਨੀਅਤ ਹੀ ਸਾਫ਼ ਨਹੀਂ, ਨੀਅਤ ਹੀ ਖੋਟ ਹੈ, ਤੇ ਫਲ ਤਾਂ ਬੀਜ ਨੂੰ ਲੱਗਣਾ ਹੈ। ਜਿਹੜਾ ਬੀਜ ਪੁੰਗਰ ਕੇ ਬੂਟਾ ਰੁੱਖ ਬਣੇਗਾ, ਫਲ ਲੱਗੇਗਾ, ਉਹ ਬੀਜ ਨੂੰ ਲੱਗਣਾ ਨਾ। ਤੇ ਬੀਜ ਕੀ ਹੈ? ਸਾਡੇ ਅੰਦਰ ਜਿਹੜੀ ਨੀਅਤ ਹੈ, ਜੋ ਇਸ ਸਰੀਰ ਰੂਪੀ ਮਿੱਟੀ ਵਿੱਚ ਪਿਆ ਹੋਇਆ ਨੀਅਤ ਵਾਲਾ ਬੀਜ ਹੈ, ਫਲ ਤੇ ਉਹਨੂੰ ਲੱਗਣਾ ਹੈ। ਜਿੱਦਾਂ ਦੀ ਨੀਅਤ ਰੱਖਾਂਗੇ ਉਦਾਂ ਦਾ ਫਲ ਲੱਗ ਜਾਏਗਾ। ਇਸ ਲਈ ਮਹਾਰਾਜ ਜੀ ਨੇ ਆਖਿਆ ਘਰ ਹੀ ਮੁੰਦ ਆ ਘਰ ਹੈ। ਜਿਸ ਖੁਦਾ ਨੂੰ ਰੱਬ ਨੂੰ ਪਾਉਣਾ ਚਾਹੁੰਦੇ ਹੋ ਨਾ, ਉਹ ਰੱਬ ਕਿਵੇਂ ਮਿਲੇਗਾ? ਆ ਸਰੀਰ ਬੌਡੀ ਘਰ ਹੈ, ਮੁੰਦ ਇਸਤਰੀ, ਉਹ ਇਹਦੇ ਅੰਦਰ ਘਰ ਦੇ ਅੰਦਰ ਜੀਵ ਇਸਤਰੀ ਹੈ। ਸਾਹਿਬ ਜੀ ਕਹਿੰਦੇ ਪਿਰ ਜਿਹੜਾ ਸੀ ਉਹ ਵਿਦੇਸ਼ ਦੇ ਵਿੱਚ ਹੈ, ਭਾਵ ਪਿਰ ਵੱਖਰਾ ਹੈ ਤੇ ਇਸਤਰੀ ਵੱਖਰੀ ਹੈ। ਹੁਣ ਉਹ ਇੱਕ ਉਦਾਹਰਨ ਦਿੰਦੇ ਆ ਵੀ ਮੰਨ ਲਓ ਕਿਸੇ ਦੀ ਇਸਤਰੀ ਦਾ ਪਤੀ ਵਿਦੇਸ਼ ਚਲਾ ਗਿਆ, ਤੇ ਜੇ ਉਹ ਵਿਦੇਸ਼ ਵਿੱਚ ਚਲਾ ਗਿਆ ਤੇ ਉਹ ਆਪਣੇ ਪਤੀ ਦੇ ਪ੍ਰਤੀ ਸੱਚੀ ਭਾਵਨਾ ਰੱਖਦੀ ਹੈ, ਉਹਦੇ ਮਨ ਦੇ ਵਿੱਚ ਕਦੇ ਕਿਸੇ ਦੂਜੇ ਤੀਜੇ ਦਾ ਖਿਆਲ ਨਹੀਂ ਆਉਂਦਾ, ਉਹਦੀ ਨੀਅਤ ਅੰਦਰ ਸਾਫ਼ ਹੈ, ਤਾਂ ਸੱਚ ਜਾਣਿਓ ਪਿਰ ਜਿੰਨਾ ਮਰਜ਼ੀ ਦੂਰ ਹੋਵੇ ਉਹ ਫਿਰ ਵੀ ਪਿਰ ਦੀ ਪ੍ਰਾਪਤੀ ਕਰ ਲੈਂਦੀ ਹੈ। ਸਤਿਗੁਰੂ ਮਹਾਰਾਜ ਨੇ ਆਖਿਆ ਘਰ ਹੀ ਮੁੰਦ ਵਿਦੇਸ਼ ਪਿਰ ਨਿਤ ਝੂਰੇ ਸੰਭਾਲੇ। ਉਹ ਨਿਤ ਝੂਰਦੀ ਹੈ, ਦੁਖੀ ਹੁੰਦੀ ਹੈ, ਪਰੇਸ਼ਾਨ ਹੁੰਦੀ ਹੈ ਕਿ ਮੈਂ ਘਰ ਦੇ ਅੰਦਰ ਹਾਂ ਤੇ ਫਿਰ ਮੇਰਾ ਵਿਦੇਸ਼ ਵਿੱਚ ਹੈ। ਮਿਲਦਿਆਂ ਢਿੱਲ ਨਾ ਹੋਵਈ ਜੇ ਨੀਅਤ ਰਾਸ ਕਰੇ। ਹੁਣ ਪਤੀ ਭਾਵੇਂ ਜਿੰਨਾ ਮਰਜ਼ੀ ਕੋਹਾਂ ਦੂਰ ਚਲਾ ਜਾਏ, ਜੇ ਅੰਦਰ ਨੀਅਤ ਸਾਫ਼ ਹੈ ਤੇ ਕਈ ਕੋਹਾਂ ਦਾ ਪੈਂਡਾ ਵੀ ਖਤਮ ਹੋ ਜਾਂਦਾ ਹੈ। ਹਾਲਾਂਕਿ ਜਿਸ ਪਰਮੇਸ਼ਵਰ ਨੂੰ ਅਸੀਂ ਪਾਉਣਾ ਹੈ ਨਾ, ਉਹ ਪਤਾ ਕਿੱਥੇ ਰਹਿੰਦਾ ਹੈ? ਸਾਡੇ ਦਿਲ ਦੇ ਕਰੀਬ ਰਹਿੰਦਾ ਹੈ। ਰੱਬ ਨੇੜ ਹੂੰ ਤੇ ਨੇੜਿਆ, ਉਹ ਨੇੜੇ ਤੋਂ ਵੀ ਨੇੜੇ ਰਹਿੰਦਾ ਹੈ, ਪਰ ਜਿੰਨਾ ਨੇੜੇ ਆ ਉਨਾ ਹੀ ਸਾਡੀ ਸੋਚ ਤੋਂ ਦੂਰ ਹੈ, ਉਨਾ ਹੀ ਸਾਡੇ ਤੋਂ ਕੋਹਾਂ ਦੂਰ ਹੈ। ਅਸੀਂ ਕਹਿੰਦੇ ਰੱਬ ਤੇ ਆਸਮਾਨ ਤੇ ਬੈਠਾ ਹੈ, ਰੱਬ ਤੇ ਪਹਾੜਾਂ ਦੀ ਚੋਟੀ ਤੇ ਬੈਠਾ ਹੈ, ਬੜੀ ਦੂਰ ਲੈ ਗਏ ਅਸੀਂ ਉਹਨੂੰ। ਪਰ ਜੇ ਨੀਅਤ ਸਾਫ਼ ਰੱਖੋਗੇ ਤੇ ਘਰ ਦੇ ਅੰਦਰ ਹੀ ਮਿਲ ਜਾਣਾ ਹੈ। ਉਹ ਨੀਅਤ ਕਿਨੇ ਆਪਾਂ ਕਾਹਦੇ ਲਈ ਆਏ ਹਾਂ? ਗੁਰੂ ਘਰ ਇਸੇ ਲਈ ਆਏ ਹਾਂ ਵੀ ਗੁਰਬਾਣੀ ਪੜ੍ਹਾ ਸੁਣਾਂਗੇ ਤੇ ਸਾਡੀ ਨੀਅਤ ਸਾਫ਼ ਹੋਏਗੀ, ਸਾਡੇ ਮਨ ਵਿੱਚੋਂ ਦੀ ਖੋਟ ਨਿਕਲ ਜਾਏਗੀ, ਸਾਡਾ ਮਨ ਜਿਹੜਾ ਉਹ ਅੰਦਰੋਂ ਮਨ ਦੀ ਸ਼ੁੱਧੀ ਹੋ ਜਾਏਗੀ, ਸਾਡੀ ਆਤਮਾ ਦੀ ਸ਼ੁੱਧੀ ਹੋ ਜਾਏਗੀ ਗੁਰੂ ਸਾਹਿਬ ਦੇ ਦਰ ਤੇ ਸੰਗਤ ਵਿੱਚ ਆਉਣ ਨਾਲ। ਜਿਹਦੇ ਨਾਲ ਫਿਰ ਕੀ ਹੋਏਗਾ? ਕਹਿਣ ਲੱਗੇ ਬਾਹਰ ਢੂੰਡਣ ਤੇ ਛੂਟ ਪਰੇ ਗੁਰ ਘਰ ਹੀ ਮਾਹੇ ਦਿਖਾਇਆ ਥਾ। ਗੁਰੂ ਸਾਹਿਬ ਕਹਿੰਦੇ ਜੇ ਤੂੰ ਆਪਣੇ ਪਿਆਰੇ ਨੂੰ, ਰੱਬ ਨੂੰ ਪਾਉਣਾ ਹੈ, ਆਪਣੇ ਪਤੀ ਨੂੰ ਪਾਉਣਾ, ਤੈਨੂੰ ਬਾਹਰ ਜਾਣ ਦੀ ਕੀ ਲੋੜ ਹੈ? ਉਹ ਤਾਂ ਤੇਰੇ ਘਰ ਵਿੱਚ ਹੀ ਬੈਠਾ ਹੋਇਆ ਹੈ। ਸਭ ਕੁਛ ਘਰ ਮੈਂ ਬਾਹਰ ਨਹੀਂ ਬਾਹਰ ਟੋਲੇ, ਸੋ ਭਰਮ ਭੁਲਾਈ ਬਾਹਰ ਟੋਲਾਂਗੇ ਤੇ ਭਰਮ ਹੋਰ ਵੱਧ ਜਾਣਾ ਹੈ। ਆਪਣੇ ਅੰਦਰ ਝਾਤੀ ਮਾਰੋਗੇ ਤੇ ਪਿਆਰੇ ਨੇ ਅੰਦਰੋਂ ਹੀ ਮਿਲ ਜਾਣਾ ਹੈ। ਪਰ ਉਹ ਮਿਲੇਗਾ ਕਿਵੇਂ? ਨੀਅਤ ਸਾਫ਼ ਰੱਖਣੀ ਪੈਣੀ ਹੈ। ਉਹ ਮਿਲੇਗਾ ਕਿਵੇਂ? ਮਨ ਵਿੱਚੋਂ ਖੋਟ ਕੱਢਣੀ ਪੈਣੀ ਹੈ, ਤਾਂ ਉਹਦਾ ਮਿਲਾ ਹੈ। ਮਾਰੇ ਕਹਿੰਦੇ ਮਿਲਦਿਆਂ ਢਿੱਲ ਨਾ ਹੋਵਈ ਜੇ ਨੀਅਤ ਰਾਸ ਕਰੇ। ਜੇ ਉਹਦੀ ਨੀਅਤ ਸਾਫ਼ ਹੈ, ਜੇ ਉਹਦੀ ਨੀਅਤ ਚੰਗੀ ਹੈ, ਤਾਂ ਮਿਲਦਿਆਂ ਫਿਰ ਢਿੱਲ ਵੀ ਪਲ ਵੀ ਨਹੀਂ ਲੱਗਦਾ। ਪਰਮੇਸ਼ਵਰ ਨਾਲ, ਵਾਹਿਗੁਰੂ ਨਾਲ ਮੇਲਾ ਹੋ ਜਾਂਦਾ ਹੈ। ਕਿਹ ਕਾਰਨ ਪਟ ਛੋੜ ਹੀ ਕਾਹੇ ਤਜੋ ਆਵਾਸ। ਤੇ ਮਾਰੇ ਕਹਿੰਦੇ ਨੀਅਤ ਸਾਫ਼ ਕਰਨੀ ਸੀ, ਕਿਹ ਕਾਰਨ ਪਟ ਛੋੜ। ਫਿਰ ਤੁਸੀਂ ਆ ਕੱਪੜੇ ਤਨ ਉੱਤੋਂ ਬਸਤਰ ਉਤਾਰਨ ਦੀ ਕੀ ਲੋੜ ਹੈ? ਨਾਂਗਾ ਸਾਧੂ ਬਣਨ ਦੀ ਕੀ ਲੋੜ ਹੈ? ਗੱਲ ਤੇ ਨੀਅਤ ਦੀ ਸੀ, ਨੀਅਤ ਸਾਫ਼ ਰੱਖਣੀ ਹੈ। ਮਨ ਦੀ ਮਲ ਧੋਣ ਦੀ ਲੋੜ ਸੀ, ਇਹ ਬਾਹਰ ਦੇ ਅਡੰਬਰ ਰਚਣ ਦੀ ਲੋੜ ਨਹੀਂ ਸੀ। ਅਸੀਂ ਆਪਣੇ ਮਨ ਦੀ ਮਲ ਨੂੰ ਧੋਣਾ ਸੀ, ਪਰ ਅਸੀਂ ਤਨ ਨੂੰ ਹੀ ਜਾ ਕੇ ਇਸ਼ਨਾਨ ਕਰਾਉਂਦੇ ਰਹੇ ਤੇ ਤਨ ਦੀ ਮਲ ਹੀ ਉਤਾਰਦੇ ਰਹੇ। ਮਨ ਕਾਮਨਾ ਤੀਰਥ ਦੇ ਛੁਟੈ, ਗਰਭ ਗੁਮਾਨ ਨਾ ਮਨ ਤੇ ਹੁਟੈ, ਸੋਚ ਕਰੇ ਦਿਨ ਸਾਰ ਰਾਤ ਮਨ ਕੀ ਮਹਿਲ ਨਾ। ਤਨ ਤੇ ਗਲਤਾ ਤਨ ਦੀ, ਤਨ ਕਰਕੇ ਤੇ ਮਿਲਣਾ ਹੀ ਨਹੀਂ, ਮਿਲਣਾ ਤੇ ਮਨ ਕਰਕੇ ਹੈ। ਪਰਮਾਤਮਾ ਨੇ ਜੀਵ ਆਤਮਾ ਨੂੰ ਮਿਲਣਾ, ਸਰੀਰ ਨੇ ਨਹੀਂ ਮਿਲਣਾ, ਸਰੀਰ ਮਿੱਟੀ ਹੈ। ਇਸ ਲਈ ਮਾਰੇ ਕਹਿੰਦੇ ਕਹਿ ਕਾਰਨ, ਫਿਰ ਕੀ ਕਾਰਨ ਹੈ? ਪੱਟ ਛੋੜ ਹੀ ਤੂੰ, ਪੱਟ ਕੱਪੜੇ ਛੱਡਣ ਨੂੰ, ਆਪਣੇ ਤਨ ਦੇ ਬਸਤਰ ਉਤਾਰ ਕੇ ਤੂੰ ਨਾਂਗਾ ਸਾਧੂ ਬਣਨ ਨੂੰ ਤਿਆਰ ਹੋ ਗਿਆ। ਕਾਹੇ ਤਜੋ ਆਵਾਸ, ਆਵਾਸ ਮਨੇ ਘਰ। ਫਿਰ ਘਰ ਬਾਰ ਧੀਆਂ ਪੁੱਤਰ ਛੱਡਣ ਦੀ ਕੀ ਲੋੜ ਹੈ? ਜਿਵੇਂ ਇੱਕ ਦਿਨ ਆਪ ਜੀ ਨਾਲ ਸਾਂਝ ਪਾਈ ਸੀ, ਕੋਈ ਜੰਗਲ ਵੱਲ ਤੁਰਿਆ ਤੇ ਗੁਰੂ ਤੇਗ ਬਹਾਦਰ ਜੀ ਨੇ ਆਵਾਜ਼ ਮਾਰੀ, ਕਿੱਥੇ ਚਲੇ ਆ? ਕਹਿੰਦੇ ਰੱਬ ਨੂੰ ਮਿਲਣ। ਜੰਗਲ ਵਿੱਚ ਚਲਿਆ ਰੱਬ ਨੂੰ ਮਿਲਣ, ਬੈਠ ਕੇ ਤਪ ਕਰਾਂਗਾ। ਤੇ ਮਾਰੇ ਕਹਿੰਦੇ ਇੰਨਾ ਸਮਾਂ ਗਵਾਉਣ ਦੀ ਬਜਾਏ ਤੂੰ ਆਪਣੇ ਘਰ ਅੰਦਰ ਵੇਖ, ਉਹ ਤੇਰੇ ਘਰ ਵਿੱਚ ਹੀ ਬੈਠਾ ਹੋਇਆ ਹੈ।
ਹੁਣ ਅੰਦਰ ਝਾਤ ਮਾਰਨੀ ਔਖੀ ਹੈ, ਕਿਉਂਕਿ ਅੰਦਰ ਹਨੇਰਾ ਦਿਸਦਾ ਕੁਝ ਨਹੀਂ ਪਿਆ, ਬਾਹਰ ਚਾਨਣ ਹੈ, ਬਾਹਰ ਅਸੀਂ ਤੁਰੇ ਫਿਰਦੇ ਹਾਂ। ਕਾਹੇ ਰੇ ਬਨ ਖੋਜਨ ਜਾਈ ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ ਦੁਕਾਲੰ ਪਰਨਾਸੀ ਦਇਆਲੰ ਸਰੂਪੇ ਸਦਾ ਅੰਗ ਸੰਗੇ ਅਭੰਗੰ ਮੈਂ ਪੂਤੇ। ਪਰ ਅਹੰਕਾਰ ਦੀ ਪੱਟੀ ਲਾਵਾਂਗੇ ਤਾਂ ਹੀ ਦਿਸੇਗਾ, ਨਫ਼ਰਤ ਦੀ ਪੱਟੀ ਉਤਾਰਾਂਗੇ ਤਾਂ ਹੀ ਉਹ ਦਿਸੇਗਾ। ਅੱਖਾਂ ਉੱਤੇ ਤੇ ਹੰਕਾਰ ਦੀ ਪੱਟੀ ਅਸੀਂ ਚਾੜੀ ਹੈ, ਕਿਵੇਂ ਦਿਸੇਗਾ ਉਹ? ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ, ਇਹ ਕਿਵੇਂ ਪਤਾ ਲੱਗੇਗਾ? ਜਦੋਂ ਹੰਕਾਰ ਦੀ ਪੱਟੀ, ਈਰਖਾ ਦੀ ਪੱਟੀ, ਲੋਭ ਲਾਲਚ ਦੀ ਪੱਟੀ, ਪਤਾ ਨਹੀਂ ਕਿੰਨੀਆਂ ਪੱਟੀਆਂ ਚਾੜੀ ਫਿਰਦੇ ਹਾਂ। ਕਾਮੀ ਹਾਂ, ਕਰੋਧੀ ਹਾਂ, ਲੋਭੀ ਹਾਂ, ਹੰਕਾਰੀ ਹਾਂ, ਵਿਕਾਰੀ ਹਾਂ, ਇਹ ਰੱਬ ਕਿੱਥੋਂ ਦਿਸ ਜਾਏਗਾ? ਇੱਕ ਦਿਨ ਇਹ ਵੀ ਜ਼ਿਕਰ ਕੀਤਾ ਸੀ, ਹਜੇ ਤਾਂ ਸਾਨੂੰ ਮਾਂ-ਬਾਪ ਵਿੱਚੋਂ ਮਾਂ-ਬਾਪ ਨਹੀਂ ਦਿਸਦੇ ਤੇ ਰੱਬ ਕਿੱਥੋਂ ਦੇਖ ਲਾਂਗੇ? ਜੇ ਮਾਂ-ਬਾਪ ਵਿੱਚੋਂ ਮਾਂ-ਬਾਪ ਦਿਸਦੇ ਹੁੰਦੇ ਤੇ ਬਿਰਧ ਆਸ਼ਰਮ ਨਹੀਂ ਸੀ ਬਣਨੇ। ਜੇ ਮਾਂ-ਬਾਪ ਵਿੱਚੋਂ ਮਾਂ-ਬਾਪ ਦਿਸਦੇ ਹੁੰਦੇ ਤੇ ਘਰੋਂ ਕਦੀ ਬੇਘਰ ਨਹੀਂ ਸੀ ਉਹਨਾਂ ਨੂੰ ਹੋਣਾ ਪੈਣਾ। ਉਹਨਾਂ ਬਜ਼ੁਰਗਾਂ ਨੂੰ ਕਦੇ ਰੋਡ, ਕਦੇ ਸੜਕ, ਕਦੇ ਕਿਤੇ ਰਾਤਾਂ ਨਹੀਂ ਸੀ ਕੱਟਣੀਆਂ ਪੈਣੀਆਂ, ਕਿਉਂਕਿ ਧੀਆਂ ਪੁੱਤਰਾਂ ਨੇ ਕੱਢ ਦਿੱਤਾ ਘਰੋਂ। ਹਜੇ ਸਾਨੂੰ ਮਾਪਿਆਂ ਚੋਂ ਮਾਪੇ ਨਹੀਂ ਦਿਸਦੇ, ਰੱਬ ਕਿੱਥੋਂ ਦੇਖ ਲਾਂਗੇ? ਭਰਾ ਚੋਂ ਭਰਾ ਨਹੀਂ ਦਿਸਦਾ, ਰੱਬ ਕਿੱਥੋਂ ਦੇਖ ਲਾਂਗੇ? ਇਸ ਲਈ ਇਹ ਪੱਟੀਆਂ ਉਤਾਰਨੀਆਂ ਪੈਣੀਆਂ, ਸਾਡੇ ਤੋਂ ਨਹੀਂ ਉਤਰਨੀਆਂ। ਜੇ ਕਹੀਏ ਨਾ ਵੀ ਅਸੀਂ ਕਾਮ ਕ੍ਰੋਧ ਲੋਭ ਹੰਕਾਰ ਦੀ ਪੱਟੀ ਉਤਾਰ ਦਈਏ, ਇਹ ਆਪਣੇ ਆਪ ਨਹੀਂ ਉਤਰਨੀ। ਇੱਥੇ ਆ ਕੇ ਅਰਦਾਸ ਕਰਿਆ ਕਰੋ, ਇਹ ਗੁਰੂ ਸਾਹਿਬ ਨੇ ਪੱਟੀ ਉਤਾਰਨੀ ਹੈ, ਸਾਡੀ ਆਪਣੇ ਆਪ ਨਹੀਂ ਉਤਰਨੀ। ਕਿਉਂਕਿ ਅਸੀਂ ਬੇਨਤੀ ਕਰਾਂਗੇ, ਕਾਮ ਕ੍ਰੋਧ ਲੋਭ ਝੂਠ ਨਿੰਦਾ ਇਨ ਤੇ ਆਪ ਛਡਾਵੋ। ਮਹਾਰਾਜ ਜੀ ਆਹ ਜਿਹੜਾ ਸਾਡੇ ਪੱਟੀਆਂ ਬੰਨੀਆਂ ਨੇ ਇਹ ਛੁਡਾ ਲਓ, ਸਾਡਾ ਕਿਤੇ ਛੁਟਕਾਰਾ ਹੋ ਜਾਏ ਇਹਦੇ ਤੋਂ। ਕਾਮ ਕ੍ਰੋਧ ਅਰ ਲੋਭ ਮੋਹ ਬਿਨਸ ਜਾਏ ਅਹਮੇਵ ਨਾਨਕ ਪ੍ਰਭ ਸ਼ਰਨਾਗਤੀ ਕਰ ਪ੍ਰਸਾਦ ਗੁਰਦੇਵ। ਗੁਰਦੇਵ ਜੀ ਤੁਹਾਡੇ ਕੋਲ ਆਏ ਹਾਂ, ਪੱਟੀਆਂ ਉਤਾਰ ਕੇ ਜਾਣਾ ਚਾਹੁੰਦੇ ਹਾਂ। ਅਸੀਂ ਨਫ਼ਰਤ ਲੈ ਕੇ ਨਹੀਂ ਜਾਣਾ ਚਾਹੁੰਦੇ, ਈਰਖਾ ਨਾਲ ਭਰੇ ਨਹੀਂ ਜਾਣਾ ਚਾਹੁੰਦੇ। ਅਸੀਂ ਤਾਂ ਵਿਸਰ ਗਈ ਸਭ ਤਾਤ ਪਰਾਈ ਜਬ ਤੇ ਸਾਧ ਸੰਗਤ ਮੋਹਿ ਪਾਈ ਨਾ ਕੋ ਬੈਰੀ ਨਹੀਂ ਬੇਗਾਨਾ ਸਗਲ ਸੰਗ ਹਮਕੋ ਬਨ ਆਈ। ਮਹਾਰਾਜ ਜੀ ਉਹਨੂੰ ਕਹਿ ਰਿਹਾ ਵੀ ਕੀ ਲੋੜ ਪਈ ਹੈ ਤਨ ਤਿਆਗਣ ਦੀ, ਕੀ ਲੋੜ ਪਈ ਹੈ ਜਿਹੜਾ ਬਾਹਰ ਦਾ ਭੇਖ ਬਣਾਉਣ ਦੀ, ਘਰ-ਬਾਰ ਛੱਡਣ ਦੀ? ਰੱਬ ਤਾਂ ਅੰਦਰ ਘਰ ਬੈਠਾ ਹੀ ਖੁਦਾ ਮਿਲ ਜਾਣਾ। ਪਰ ਜਿਹੜਾ ਸਾਡੇ ਹੰਕਾਰ ਦੀ ਵਿਕਾਰਾਂ ਦੀ ਪੱਟੀ ਹੈ ਨਾ, ਇਹਨੇ ਤੇ ਰੱਬ ਦੇ ਘਰ ਵਿੱਚ ਆ ਕੇ ਰੱਬ ਦਾ ਘਰ ਵੀ ਨਹੀਂ ਸਮਝਣ ਦਿੱਤਾ। ਜਿੱਥੇ ਇਤਿਹਾਸ ਆਪ ਜੀ ਨੇ ਸੁਣਿਆ ਹੈ, ਉੱਥੇ ਅੱਜ ਉਹ ਪਵਿੱਤਰ ਅਸਥਾਨ ਪਾਉਂਟਾ ਸਾਹਿਬ, ਜੋ ਦਸ਼ਮੇਸ਼ ਪਿਤਾ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ 1685 ਨੂੰ ਇਸ ਅਸਥਾਨ ਵੱਲ ਆਉਂਦੇ ਨੇ ਤੇ ਸਾਹਿਬ ਮਹਾਰਾਜ ਨੇ ਕਿੱਥੇ ਆ ਕੇ ਪਾਵਨ ਚਰਨ ਜਿਹੜੇ ਨੇ ਪਾਏ, ਜਿੱਥੇ ਜਾਏ ਵਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ ਗੁਰਸਿੱਖੀ ਸੋ ਥਾਨ ਭਾਲਿਆ ਲੈ ਧੂਰ ਮੁੱਖ ਲਾਵਾ। ਕਿਉਂਕਿ ਇੱਥੇ ਮੇਰੇ ਸਾਹਿਬਾਂ ਦੇ ਚਰਨ ਪਏ ਆ। ਉਹ ਪਵਿੱਤਰ ਅਸਥਾਨ ਪਾਉਂਟਾ ਸਾਹਿਬ ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਰਹੇ, ਇੱਥੇ ਰਹਿ ਕੇ ਹੀ ਭੰਗਾਣੀ ਦਾ ਯੁੱਧ ਮਹਾਰਾਜ ਜੀ ਨੇ ਲੜਿਆ। ਇੱਥੇ ਹੀ ਪੀਰ ਬੁੱਧੂ ਸ਼ਾਹ ਜਿਹੜਾ ਆਉਂਦਾ ਹੈ, ਆਪਣੇ ਪੁੱਤਰ ਆਪਣੇ ਭਰਾਵਾਂ ਦੇ ਸਮੇਤ ਆਉਂਦਾ ਤੇ ਆਪਣੇ ਪੁੱਤਰਾਂ ਨੂੰ ਸ਼ਹਾਦਤ ਦਾ ਜਾਮ ਪਿਆ ਤੇ ਗੁਰੂ ਸਾਹਿਬ ਕੋਲੋਂ ਕੀ ਲੈ ਕੇ ਜਾਂਦਾ? ਕੇਸਾਂ ਨਾਲ ਭਰਿਆ ਕੋ ਕੰਗਾ। ਕਹਿਣ ਲੱਗਾ ਮਹਾਰਾਜ ਪੁੱਤਰ ਸ਼ਹੀਦ ਕਰਵਾ ਕੇ ਚੱਲਿਆ, ਪਰ ਤੁਹਾਡੇ ਕੋਲੋਂ ਲੈਣਾ ਕੀ ਆ? ਆਹ ਜਿਹੜਾ ਕੰਗਾ ਹੈ ਨਾ ਤੁਹਾਡੇ ਸੀਸ ਵਿੱਚ, ਜਿਹੜਾ ਤੁਸੀਂ ਆਪਣੇ ਕੇਸਾਂ ਵਿੱਚ ਫੇਰ ਰਹੇ ਹੋ, ਆਹ ਮੇਰੀ ਝੋਲੀ 'ਚ ਪਾ ਦਿਓ, ਮੈਂ ਮੇਰੀਆਂ ਪੀੜ੍ਹੀਆਂ ਇਹਨੂੰ ਸੰਭਾਲ ਕੇ ਰੱਖਣਗੀਆਂ। ਪਰ ਕਦੇ ਝਾਤੀ ਮਾਰਿਓ ਗੁਰੂ ਕੇ ਸਿੱਖਾਂ ਦੇ ਘਰਾਂ ਵਿੱਚ ਪੈਦਾ ਹੋਣ ਵਾਲਿਓ ਕਿ ਅਸੀਂ ਗੁਰੂ ਦੀ ਨਿਸ਼ਾਨੀ ਨੂੰ ਕਿੰਨਾ ਕੁ ਸੰਭਾਲ ਕੇ ਰੱਖਿਆ। ਉਹਨੇ ਤਾਂ ਫਿਰ ਵੀ ਇੱਕ ਮੁਸਲਮਾਨ ਹੋ ਕੇ ਤੇ ਗੁਰੂ ਸਾਹਿਬ ਜੀ ਦੇ ਪਿਆਰ ਵਾਲਾ ਕੰਗਾ ਵਿੱਚ ਕੇਸ ਉਹ ਸੰਭਾਲ ਕੇ ਰੱਖੇ ਨੇ, ਪਰ ਅਸੀਂ ਦਿਨੋਂ ਦਿਨ ਪਿਆਰ ਦੀਆਂ ਨਿਸ਼ਾਨੀਆਂ ਆਪਣੇ ਤਨ ਤੋਂ ਹਟਾਉਂਦੇ ਜਾ ਰਹੇ ਹਾਂ। ਨਾ ਬਾਣਾ ਤੇ ਨਾ ਬਾਣੀ, ਗੁਰੂ ਸਾਹਿਬ ਕਿਰਪਾ ਕਰਨ। ਇੱਕ ਸਮਾਂ ਐਸਾ ਆਇਆ ਕਿ ਜਦੋਂ ਮਹੰਤਾਂ ਦਾ ਜ਼ੋਰ ਚੱਲਿਆ, ਉਸ ਮਹੰਤਾਂ ਦੇ ਜ਼ੋਰ ਦੇ ਵਿੱਚ ਜੋ ਨਨਕਾਣਾ ਸਾਹਿਬ ਵਾਪਰਿਆ ਆਪਾਂ ਸਾਰੇ ਜਾਣਦੇ ਹਾਂ। ਤਰਨਤਾਰਨ ਸਾਹਿਬ ਦੇ ਪਵਿੱਤਰ ਸਥਾਨ ਤੇ ਜੋ ਵਾਪਰਿਆ ਆਪਾਂ ਜਾਣਦੇ ਹਾਂ। ਗੁਰੂ ਕੇ ਬਾਗ ਦੇ ਮੋਰਚੇ ਲੱਗਦੇ ਰਹੇ। ਅੰਮ੍ਰਿਤਸਰ ਸਿਫਤੀ ਦੇ ਘਰ ਵਿੱਚ ਵੀ ਮਹੰਤ ਜਿਹੜੇ ਆ ਇਹ ਕਾਬਜ ਹੋ ਗਏ। ਇਹਨਾਂ ਦੀ ਪਿੱਠ ਉੱਤੇ ਸਰਕਾਰ ਨੇ ਜਿਹੜਾ ਥਾਪੜਾ ਦੇ ਦਿੱਤਾ ਵੀ ਤੁਸੀਂ ਚਿੰਤਾ ਨਾ ਕਰੋ, ਅਸੀਂ ਤੁਹਾਡੇ ਨਾਲ ਆ। ਇਹਨਾਂ ਨੇ ਫਿਰ ਮਰਿਆਦਾ ਦੀਆਂ ਧੱਜੀਆਂ ਉਡਾਈਆਂ ਨੇ, ਇਹਨਾਂ ਨੇ ਮਨ ਮਰਜ਼ੀਆਂ ਆਪਣੀਆਂ ਕੀਤੀਆਂ ਨੇ। ਇਸੇ ਤਰ੍ਹਾਂ ਪਾਉਂਟਾ ਸਾਹਿਬ ਇਹ ਪਵਿੱਤਰ ਅਸਥਾਨ ਤੇ ਵੀ ਮਹੰਤ ਜਿਹੜਾ ਇਹ ਕਾਬਜ ਹੈ। ਕਈ ਵਾਰ ਸਿੱਖ ਸੰਗਤਾਂ ਨੇ ਜਿਹੜੀ ਹੈ, ਕਿਉਂਕਿ ਉਸ ਵੇਲੇ ਸ਼੍ਰੋਮਣੀ ਪ੍ਰਬੰਧਕ ਕਮੇਟੀ ਹੋਂਦ ਵਿੱਚ ਆ ਚੁੱਕੀ ਹੈ, ਉਸ ਵੇਲੇ ਕਹਿੰਦੇ ਨੇ ਇਹ ਕਈ ਵਾਰ ਉੱਥੇ ਸ਼ਿਕਾਇਤਾਂ ਵੀ ਜਿਹੜੀਆਂ ਨੇ ਉਹ ਗਈਆਂ ਨੇ। ਤੇ ਉੱਥੇ ਮਹੰਤ ਲਹਿਣਾ ਸਿੰਘ ਇਹ ਜਿਹੜਾ ਇਹ ਚਾਬੀਆਂ ਲੈ ਕੇ ਆਇਆ ਸੀ ਵੀ ਚਾਬੀਆਂ ਆ ਤੁਸੀਂ ਸੌਂਪ ਲਓ, ਪਰ ਇਹਦੀ ਨਿਮਰਤਾ ਵੇਖ ਕੇ ਇਹਨੂੰ ਵਾਪਸ ਫਿਰ ਜ਼ਿੰਮੇਵਾਰੀ ਦੇ ਦਿੱਤੀ ਗਈ। ਇਹਦਾ ਅੱਗੋਂ ਪੁੱਤਰ ਸੀ ਗੁਰਦਿਆਲ ਸਿੰਘ। ਉਹ ਗੁਰਦਿਆਲ ਸਿੰਘ ਨੇ ਜਦੋਂ ਸਰਕਾਰ ਨਾਲ ਰਲ ਕੇ ਇਹ ਪਵਿੱਤਰਤਾ ਨੂੰ ਖਤਮ ਕਰਕੇ ਆਪਣੀਆਂ ਮਨ ਮਰਜ਼ੀਆਂ ਕੀਤੀਆਂ। ਫਿਰ ਜਦੋਂ ਇੱਕ ਵਾਰ ਗੁਰੂ ਕੇ ਸਿੱਖਾਂ ਦਾ ਬੋਲਬਾਲਾ ਹੁੰਦਾ ਹੈ ਖਾਲਸੇ ਦਾ, ਤੇ ਇਹਨੇ ਜਾ ਕੇ ਬੁੱਢਾ ਦਲ ਵਿੱਚ ਜਾ ਕੇ ਕਹਿੰਦੇ ਅੰਮ੍ਰਿਤ ਦੀ ਦਾਤ ਵੀ ਲਈ, ਮਾਫੀ ਵੀ ਮੰਗੀ ਵੀ ਮੈਂ ਅਗਾਂਹ ਤੋਂ ਇਹ ਕੰਮ ਨਹੀਂ ਕਰਾਂਗਾ। ਪਰ ਮਾੜਾ ਜਾਈ ਬੁੱਢਾ ਦਲ ਤੇ ਉਹਨਾਂ ਪਿਆਰਿਆਂ ਦਾ ਪਾਸਾ ਵੱਟਦਿਆਂ ਇਹਨੇ ਫਿਰ ਉਹੀ ਕਰਤੂਤਾਂ ਸ਼ੁਰੂ ਕਰਤੀਆਂ। ਅਖੀਰ ਫਿਰ ਜਦੋਂ ਹੁਸ਼ਿਆਰਪੁਰ ਹਰੀਆਂ ਵੇਲਾਂ ਉਹ ਮਹਾਂਪੁਰਸ਼ ਜਿਹੜੇ ਬਾਬਾ ਨਿਧਾਨ ਸਿੰਘ ਨਿਹਾਲ ਸਿੰਘ ਤੇ ਬਾਬਾ ਹਰਭਜਨ ਸਿੰਘ ਜਦੋਂ ਇਹਨਾਂ ਤੱਕ ਖਬਰ ਪਹੁੰਚੀਆਂ ਕਿ ਆਪਣੇ ਜਥੇ ਸਮੇਤ ਪਹੁੰਚੇ ਨੇ, ਕਿਉਂਕਿ ਅੱਜ ਦੇ ਦਿਨ 11 ਸਿੰਘ ਜਿਹੜੇ ਸ਼ਹੀਦ ਹੁੰਦੇ ਆ ਉੱਥੇ, ਇਕੱਲੇ 11 ਸਿੰਘ ਨਹੀਂ, ਜੋ ਚੱਲ ਰਹੇ ਗੁਰਬਾਣੀ ਦੇ ਪਾਠ ਵਿੱਚ ਵਿਘਨ ਵੀ ਪਾਇਆ ਗਿਆ। ਅਖੰਡ ਪਾਠ ਸਾਹਿਬ ਦੀ ਲੜੀ ਜਾ ਕੇ ਉੱਥੇ ਚਲਾਉਂਦੇ ਆ। ਪਰ ਇਹ ਜਿਹੜਾ ਕਹਿਣ ਲੱਗੇ ਉਸ ਵੇਲੇ ਭਾਈ ਲਹਿਣਾ ਸਿੰਘ ਦਾ ਪੁੱਤਰ ਗੁਰਦਿਆਲ ਸਿੰਘ ਹੈ, ਇਹਨੇ ਸਮੇਂ ਦੀ ਸਰਕਾਰ ਦੇ ਨਾਲ ਰਲ ਕੇ ਬਾਬਾ ਹਰਭਜਨ ਸਿੰਘ ਨੂੰ ਗੈਸਟ ਹਾਊਸ ਵਿੱਚ ਗ੍ਰਿਫਤਾਰ ਕਰ ਲਿਆ। ਇੱਧਰ ਫਿਰ ਬਾਬਾ ਨਿਹਾਲ ਸਿੰਘ ਜੀ ਜਿਹੜੇ ਉਸ ਵੇਲੇ ਮੌਜੂਦ ਸੇਵਾਵਾਂ ਨਿਭਾ ਰਹੇ ਸਨ, ਗੁਰੂ ਕੇ ਪਿਆਰੇ ਪਾਠ ਕਰ ਰਹੇ ਨੇ, ਅਖੰਡ ਪਾਠ ਸਾਹਿਬ ਜੀ ਦੀ ਲੜੀ ਚੱਲਦੀ ਹੈ ਤੇ ਉਹਨਾਂ ਉੱਤੇ ਗੋਲੀਆਂ ਦੀਆਂ ਬਰਸਾਤਾਂ ਹੁੰਦੀਆਂ ਨੇ। ਚੱਲਦੇ ਹੋਏ ਪਾਠ ਵਿੱਚ ਗੁਰੂ ਕੇ ਸਿੰਘਾਂ ਉੱਤੇ ਗੋਲੀ ਦੀਆਂ ਬਰਸਾਤ ਕਰਕੇ ਉਹਨਾਂ ਨੂੰ ਸ਼ਹੀਦ ਕੀਤਾ ਜਾ ਰਿਹਾ। ਤੇ ਜੇ ਕੋਈ ਬਾਂਹ ਉੱਚੀ ਕਰਕੇ ਇਸ਼ਾਰਾ ਕਰਦਾ ਵੀ ਤੁਸੀਂ ਆਹ ਕੰਮ ਨਾ ਕਰੋ, ਅਖੰਡ ਪਾਠ ਸਾਹਿਬ ਦੀ ਪਵਿੱਤਰ ਬਾਣੀ ਦਾ ਜਾਪ ਚੱਲ ਰਿਹਾ ਹੈ, ਤੇ ਉਹਨਾਂ ਨੇ ਹੱਥ ਤੇ ਨਿਸ਼ਾਨੇ ਮਾਰ ਕੇ ਗੋਲੀਆਂ ਦਾਗੀਆਂ ਨੇ। ਤੇ ਜੇ ਇੱਕ ਗੁਰੂ ਦਾ ਪਿਆਰਾ ਪਾਠ ਕਰਦਿਆਂ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਡਿੱਗਣ ਲੱਗਾ, ਉਸੇ ਵੇਲੇ ਬਾਬਾ ਨਿਹਾਲ ਸਿੰਘ ਉਹਦੀ ਥਾਂ ਨੂੰ ਸੰਭਾਲਦੇ ਆ ਵੀ ਚੱਲਦੇ ਹੋਏ ਪਾਠ ਵਿੱਚ ਵਿਘਨ ਨਾ ਪੈ ਜਾਏ, ਪਰ ਉਹਨਾਂ ਉੱਤੇ ਵੀ ਗੋਲੀਆਂ ਦੀ ਬਰਸਾਤ ਹੁੰਦੀ, ਜ਼ਖਮੀ ਹੋ ਜਾਂਦੇ ਆ। ਅੱਜ ਉਹ ਅਸੀਂ ਉਹਨਾਂ ਨੂੰ ਚੇਤੇ ਕਰ ਰਹੇ ਹਾਂ। ਪਾਉਂਟਾ ਸਾਹਿਬ ਦਾ ਉਹ ਸਾਕਾ, ਉਹ ਜਿਹੜੇ 11 ਸਿੰਘ ਸ਼ਹੀਦ ਹੋਏ, ਉਹਨਾਂ ਨੂੰ ਸਾਡਾ ਪ੍ਰਣਾਮ ਹੈ। ਔਰ ਅਸੀਂ ਵੀ ਉਹਨਾਂ ਅਸਲ ਵਿੱਚ ਇਹ ਦਿਨ ਚੇਤੇ ਕਰਨ ਦਾ ਮਤਲਬ ਹੁੰਦਾ ਹੈ ਕਿ ਸਾਡੀ ਸੁੱਤੀ ਹੋਈ ਜ਼ਮੀਰ ਜਾਗ ਜਾਏ, ਅਸੀਂ ਵੀ ਆਪਣੀਆਂ ਅੰਦਰ ਦੀਆਂ ਜ਼ਮੀਰਾਂ ਜਗਾਈਏ। ਸਾਡੇ ਤੇ ਗੁਰੂ ਸਾਹਿਬ ਨੇ ਬੜਾ ਮਾਣ ਕੀਤਾ ਸੀ, ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ ਮੂੰਹੇ ਤੋਂ ਕਿਆ ਹੁਆ ਜੀਵਤ, ਕਈ ਹਜ਼ਾਰ ਤੇ ਆਪਾਂ ਪਾਸਾ ਨਾ ਵਟੀਏ, ਆਪ ਵੀ ਜੁੜੀਏ ਹੋਰਾਂ ਨੂੰ ਵੀ ਜੋੜੀਏ, ਬਾਣੀ ਦੇ ਧਾਰਨੀ ਬਣ ਕੇ ਗੁਰੂ ਸਾਹਿਬ ਜੀ ਦੀਆਂ ਬਖਸ਼ਿਸ਼ਾਂ ਲਈਏ। ਸਾਨੂੰ ਮਹਾਰਾਜ ਨੇ ਉਹ ਰੰਗ ਵਿੱਚ ਰੰਗਿਆ ਹੈ ਜਿਹੜੇ
ਸੂਰਮੇ ਬਾਹਰੋਂ ਵੀ ਬਣਦੇ ਆ, ਪਰ ਮਾਰੇ ਕਹਿੰਦੇ ਮੈਂ ਸੂਰਮਾ ਅੰਦਰੋਂ ਤਿਆਰੀ ਕਰਕੇ ਬਣਾਉਣਾ ਹੈ। ਜਾ ਕੋ ਹਰ ਰੰਗ ਲਾਗੋ ਇਸ ਯੁਗ ਮੈਂ ਸੋ ਕਹੀਅਤ ਹੈ ਸੂਰਾ। ਤੇ ਜਿੱਦਣ ਬਣ ਗਿਆ ਉਦਨ ਸੂਰਾ ਸੋ ਪਹਿਚਾਨੀਆਂ ਜੋ ਲਰੇ ਦੀਨ ਕੇ ਹੇਤ ਪੁਰਜਾ ਪੁਰਜਾ ਕੱਟ ਮਰੇ ਕਬਹੂ ਨਾ ਛੱਡੇ। ਫਿਰ ਉਹ ਜਰ ਜੋਰੂ ਜ਼ਮੀਨ ਲਈ ਨਹੀਂ, ਉਹ ਫਿਰ ਸੱਚ ਹੱਕ ਤੇ ਮਰਿਆਦਾ ਦੀ ਖਾਤਰ ਜੂਝਦਿਆਂ ਆਪਣਾ ਆਪਾ ਕੁਰਬਾਨ ਕਰ ਜਾਂਦਾ ਹੈ। ਗੁਰੂ ਸਾਹਿਬ ਸਭਨਾਂ ਨੂੰ ਚੜ੍ਹਦੀ ਕਲਾ ਬਖਸ਼ਣ, ਨਾਮ ਬਾਣੀ ਨਾਲ ਜੋੜੀ ਰੱਖਣ, ਅੰਮ੍ਰਿਤ ਵੇਲੇ ਦੀ ਸੰਭਾਲ ਬਖਸ਼ਣ। ਜਿੰਨੇ ਵੀ ਤੁਸੀਂ ਹਾਜ਼ਰੀਆਂ ਭਰ ਰਹੇ ਹੋ ਸਭਨਾਂ ਤੇ ਮੇਰ ਭਰਿਆ ਹੱਥ ਸਤਿਗੁਰੂ ਜੀ ਰੱਖ ਕੇ ਨਿਵਾਜਣ। ਅੱਜ ਦੀ ਵਿਚਾਰ ਕਰਦਿਆਂ ਬੇਅੰਤ ਭੁੱਲਾਂ ਹੋਈਆਂ ਸਤਿਗੁਰੂ ਬਖਸ਼ ਦੇਣ। ਅੱਗੇ ਤੋਂ ਮੇਰ ਦਾ ਹੱਥ ਰੱਖਣ। ਅਰਦਾਸ ਕਰੋ ਫਿਰਤ ਫਿਰਤ ਪ੍ਰਭ ਆਇਆ ਪਰਿਆ ਤਉ ਸ਼ਰਨ ਆਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਇਸੇ ਤਰ੍ਹਾਂ ਆਪ ਜੀ ਨੇ ਬੜੇ ਪਿਆਰ ਸਤਿਕਾਰ ਨਾਲ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਘਰ ਤੋਂ ਨਿਵਾਜੇ ਹੋਏ ਗੁਰੂ ਘਰ ਦੇ ਕੀਰਤਨੀਆਂ ਪਾਸੋਂ ਬੜੇ ਪਿਆਰ ਸਤਿਕਾਰ ਨਾਲ ਗੁਰਬਾਣੀ ਕੀਰਤਨ ਦਾ ਲਾਹਾ ਪ੍ਰਾਪਤ ਕਰਨਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।